टीवी एनआरआई देख रहे सारे दर्शकों का बहुत बहुत स्वागत है। न्यूज़ बुलेटिन की शुरुआत करते हैं कुछ खास खबरों के नाल। केंद्रीय मंत्री राम विलास पासवान नहीं रहे इस दुनिया दे विच। जस बाजवा ने कही वड्डी गल। 8वें दिन भी जारी अंदोलन। घर च इकल्ले रहिंदे रिटायर्ड अध्यापक का बेरहमी दे नाल कतल। 10 अक्तूबर बंद का समर्थन करेगी भाजपा। पोस्ट मैट्रिक स्कॉलरशिप का पूरा मामला। कंबाइन और ऑटो की हुई भयानक टक्कर विच बैठे लोग हुए गंभीर जख्मी। आओ हुण नज़र मार लैंदे हां कुछ विस्तार दे नाल खबरां ते। खेती सुधार बिलों के खिलाफ पंजाबी गायक जस बाजवा ने वड्डी गल कह दी है। फतेहगढ़ साहब स्टेशन ते जो रेल रोको अंदोलन है वह 8वें दिन भी जारी रहा है। किसानों के 8वें दिन भी अंदोलन दे विच पंजाबी गायक जस बाजवा ने शमूलीयत करके किसानों के हक च बिल वापस करवाउण दे लई हा दा नारा मारिया। आके कहंदा सानू तां बीजेपी वाला ने 7 साल नहीं पूछे, तेरी घर वाली 7 साल मिनिस्टर रहेगी। ਉਹ ਭਰੇ ਮਾਨਸਾ ਤੂੰ ਕਹਿਣਾ ਬਿਜਲੀ ਚ ਡੁੱਬ ਜੂਗਾ ਪੰਜਾਬ। ਅਸੀਂ ਦਿੱਲੀ ਨੂੰ ਜਾਂਦੀ ਬੰਦ ਕਰ ਦਿਆਂਗੇ, ਸਾਡੀ ਕਪੈਸਿਟੀ ਆ। ਕਿਸਾਨਾਂ ਨੂੰ ਕੋਈ ਆਸ ਨਹੀਂ ਆਉਣ ਦੇਣਗੇ। ਪਿਛਲੇ ਦਿਨੀ ਅਸੀਂ ਪੀੜਾ ਕਰਤੀਆਂ ਬੈਂਕਾਂ ਉਹ ਅੱਜ ਤੱਕ ਡੀਕਦੇ ਨੇ ਜੀਓ ਮਲ ਕਰੀ। ਅੱਜ 43 ਐਮਪੀ ਨੇ 44 ਜਿੱਦਣ ਆਪ ਆ ਗਈ ਕਾਂਗਰਸ ਪਰ ਰਾਜੀਵ ਗਾਂਧੀ ਹੁਣੀ ਕਹਿੰਦੇ ਮੰਮੀ ਸਾਡੀਆਂ ਕਹਿਣਾ ਵੀ ਜੈ ਕਿਸਾਨ ਵੀ ਲੋੜਤਾ ਤੇ ਜਵਾਨ ਵੀ ਲੋੜਤਾ। ਤੁਸੀਂ ਤਕੜੇ ਹੋ ਜਾਓ। खेती सुधार बिलों खिलाफ ਵੱਖ-ਵੱਖ किसान जथेबंदियों के ਵੱਲੋਂ फतेहगढ़ साहब रेलवे स्टेशन ਤੇ ਕੀਤਾ ਜਾ ਰਿਹਾ रेल रोको अंदोलन 8वें दिन भी जारी रहा। किसानों के 8वें दिन के रेल रोको अंदोलन च पंजाबी गायक जस बाजवा ने शमूलीयत करके किसानों के हक च खेती सुधार बिल वापस करवाउण दे लई राह दा नारा मारिया। देखो फतेहगढ़ साहब तो संजय सैनी की रिपोर्ट। पंजाब में बहुत दर्द रखते हैं, बहुत वीर साडे। ਅਸੀਂ ਮੰਗਿਆ, ਅਸੀਂ ਵੀ ਜਦੋਂ ਉਹਨਾਂ ਨੇ ਆ ਕੇ ਇਸ YouTube ਤੇ ਕਮੈਂਟ ਕਰਦੇ ਨੇ ਇੱਥੇ ਗਰਾਊਂਡ ਰਿਐਲਿਟੀ ਤੇ ਨਹੀਂ ਆਉਂਦੇ, ਪਰ ਇੱਕ ਸੱਚ ਅੱਜ ਤੁਸੀਂ ਮੈਨੂੰ ਦੱਸ ਦਿਓ ਵੀ ਜੇ ਇਹ ਲਹਿਰ ਉੱਥੇ ਜਿਹੜਾ ਇਹਨਾਂ ਦਾ ਮੁੱਖ ਬੁਲਾਰਾ ਹਰਜੀਤ ਸਿੰਘ ਗਰੇਵਾਲ ਉਹ ਕਿਸਾਨਾਂ ਨੇ ਹਰਾਇਆ ਰਾਜਪੁਰੇ ਚੋਂ। ਉਹ ਅੱਜ ਕਹਿੰਦਾ ਜਿਹੜੇ ਧਰਨੇ ਲਾਈ ਬੈਠੇ ਨੇ ਇਹ ਨਕਸਲੈਟਾਂ ਦੇ ਨਾਲ ਸੰਬੰਧ ਆ। ਉਹ ਭਲੇ ਮਾਨਸ ਇਹ ਕਿਸਾਨ ਹੈ ਤੇ ਜਿਹੜੇ ਸਨੀ ਦਿਓਲ ਦੀਆਂ ਇਲੈਕਸ਼ਨ ਦੇ ਵਿੱਚ ਭੀੜਾਂ ਕਰਦੇ ਤੇ ਅੱਜ ਕਿਸਾਨ ਵੀ, ਅੱਜ ਨੌਜਵਾਨ ਵੀ, ਅੱਜ ਬੱਚੇ ਵੀ ਇਹ ਗੱਲ ਸਮਝ ਗਏ ਕਿ ਸਾਡਾ ਜਿਹੜਾ ਆਰਥਿਕ ਭਵਿੱਖ ਆ ਉਹਨੂੰ ਖਤਰੇ 'ਚ ਪਾਤਾ ਦੋਨੇ ਸਰਕਾਰਾਂ ਨੇ। ਅਸੀਂ ਸੁਖਬੀਰ ਬਾਦਲ ਵੀ ਕਹਿ ਰਿਹਾ ਕਿ ਇਹ ਸਭ ਤੋਂ ਵੱਡੀ ਇਤਿਹਾਸੀ ਪਾਰਟੀ ਸਾਡੀ ਅਕਾਲੀ ਦਲ ਇਤਿਹਾਸੀ ਪਾਰਟੀ ਆ। ਸੁਖਬੀਰ ਬਾਦਲ ਨੂੰ ਇਲੈਕਸ਼ਨ ਤੋਂ ਪਹਿਲਾਂ ਇਹ ਸੁਚੇਤ ਕਰਤਾ ਸੀਗਾ ਅਸੀਂ ਅਕਲਵੰਦ ਘਰਾਣਿਆਂ ਚੋਂ ਆ। ਜੇ ਅਸੀਂ MP MLA ਨਹੀਂ ਬਣ ਸਕੇ ਪਰ ਅਸੀਂ ਸਿਆਸਤ ਸਮਝਦੇ ਹਾਂ। ਸੁਖਬੀਰ ਬਾਦਲ ਨੂੰ ਕਿਹਾ ਕਿ ਜੇ ਕਿਸਾਨਾਂ ਦੀਆਂ ਵੋਟਾਂ ਲੈਣੀਆਂ ਤਾਂ ਤੂੰ ਭਾਰਤੀ ਜਨਤਾ ਨਾਲੋਂ ਨਾਤਾ ਤੋੜ ਲਾ। ਕੇਂਦਰ ਦੇ ਵਿੱਚ ਕਾਰਪੋਰੇਟਰ ਘਰਾਣੇ ਇਕੱਠੇ ਹੋ ਗਏ, ਤੇਰੀਆਂ ਸੀਟਾਂ ਵੱਧ ਜਾਣਗੀਆਂ। ਕਿਸਾਨਾਂ ਦਾ ਕਰਜ਼ਾ ਮਾਫ ਕਰਨ ਨੂੰ ਕਿਹਾ, ਕਹਿੰਦੇ ਸੰਭਵ ਨਹੀਂ ਹੈ। ਅੱਜ ਕਿਉਂ ਨਾਤਾ ਤੋੜਿਆ? ਦੂਜੇ ਪਾਸੇ ਪ੍ਰਧਾਨ ਜੀ ਸਾਰੇ ਇਹ ਕੁਰਸੀ ਰਾਜਨੀਤਿਕ ਲੋਕ ਤੁਹਾਡੇ ਨਾਲ ਹਮਾਇਤ ਕਰ ਰਹੇ ਨੇ, ਇਹ ਸਾਰੇ ਕੀ ਕੁਰਸੀ ਦੀ ਲਾਲਚ ਨੂੰ ਤੁਹਾਡੇ ਨਾਲ ਜੁੜ ਰਹੇ ਕਿਵੇਂ? ਬਿਲਕੁਲ ਇਹ ਵੋਟ ਬੈਂਕ ਨੂੰ ਬਰਕਰਾਰ ਰੱਖਣਾ ਚਾਹੁੰਦੇ ਨੇ। ਇਹ ਅੱਜ ਵੀ ਸਾਡਾ ਮੂਰਖ ਬਣਾਉਣਾ ਚਾਹੁੰਦੇ ਨੇ, ਪਰ ਅਸੀਂ ਹੁਣ ਮੂਰਖ ਨਹੀਂ ਬਣਾਂਗੇ। ਅਸੀਂ ਅਗਲੀ ਰਣਨੀਤੀ, ਆਪਣਾ ਭਵਿੱਖ, ਬਾਣੀ ਦਾ ਫਰਮਾਨ, ਆਪਣਾ ਕਾਰਜ ਆਪ ਸਵਾਰੋ ਅਸੀਂ ਸਮਝ ਚੁੱਕੇ। घर च इकल्ले रहिंदे रिटायर्ड अध्यापक का बेरहमी दे नाल कतल कर दिता गया है। फिलहाल पुलिस ने लाश नूं कब्जे दे विच लै के कार्रवाई शुरू कर दी है।
ਇਕੱਲੇ ਰਹਿੰਦੇ ਰਿਟਾਇਰਡ ਅਧਿਆਪਕ ਦਾ ਬੇਰਹਿਮੀ ਦੇ ਨਾਲ ਜਿੱਥੇ ਕਤਲ ਹੋਇਆ ਹੈ ਉੱਥੇ ਹੀ ਇਲਾਕੇ ਦੇ ਵਿੱਚ ਸਨਸਨੀ ਫੈਲੀ ਹੋਈ ਹੈ। ਉਕਤ ਬਜ਼ੁਰਗ ਮਾਸਟਰ ਸਤੀਸ਼ ਕੁਮਾਰ ਘਰ 'ਚ ਇਕੱਲਾ ਰਹਿੰਦਾ ਸੀ। ਤਰਨਤਾਰਨ ਦੇ ਕਸਬਾ ਪੱਟੀ 'ਚ ਇੱਕ ਰਿਟਾਇਰਡ ਅਧਿਕਾਰੀ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ। ਰਿਟਾਇਰਡ ਅਧਿਕਾਰੀ ਸਤੀਸ਼ ਕੁਮਾਰ ਉਮਰ 65 ਸਾਲ ਚੌਕੀ ਪੱਟੀ ਦੇ ਵਾਰਡ ਨੰਬਰ 11 ਦੀ ਪੱਲਿਆਂ ਵਾਲੀ ਗਲੀ ਵਿੱਚ ਰਹਿੰਦਾ ਸੀ, ਜਿਸ ਦੀ ਲਾਸ਼ ਉਹਨਾਂ ਦੇ ਘਰ 'ਚੋਂ ਹੀ ਬਰਾਮਦ ਕੀਤੀ ਗਈ। ਮ੍ਰਿਤਕ ਦੇ ਪਰਿਜਨਾਂ ਦੇ ਅਨੁਸਾਰ ਉਹਨਾਂ ਦਾ ਮੋਬਾਈਲ ਪਿਛਲੇ 2 ਦਿਨਾਂ ਤੋਂ ਬੰਦ ਆ ਰਿਹਾ ਸੀ। ਉਹਨਾਂ ਦੇ ਪਰਿਜਨਾਂ ਨੇ ਜਦੋਂ ਘਰ ਦੇ ਬਾਹਰ ਲੱਗੇ ਤਾਲੇ ਨੂੰ ਦੂਜੀ ਚਾਬੀ ਨਾਲ ਖੋਲ੍ਹਿਆ ਤਾਂ ਅੰਦਰ ਰਿਟਾਇਰਡ ਅਧਿਕਾਰੀ ਦੀ ਲਾਸ਼ ਮਿਲੀ। ਦੇਖੋ ਤਰਨਤਾਰਨ ਤੋਂ ਪਵਨ ਕੁਮਾਰ ਦੀ ਰਿਪੋਰਟ। ਪਰ ਐਸਾ ਜਿਹੜਾ ਮਰਡਰ ਹੋਇਆ ਇੱਥੇ ਭੱਲਿਆਂ ਦੀ ਗਲੀ ਤੁਸੀਂ ਮੌਕੇ ਤੇ ਆਏ, ਫਿਰ ਕੀ ਹੈ ਸਰ? ਇਹ ਸਾਨੂੰ ਹੁਣੇ ਹੀ ਇਨਫੋਰਮੇਸ਼ਨ ਮਿਲੀ ਆ ਕਰੀਬ ਅੱਧਾ ਘੰਟਾ ਪਹਿਲਾਂ ਵੀ ਸਤੀਸ਼ ਕੁਮਾਰ ਸਾਨੂੰ ਸਤਦੇਵ ਟੀਚਰ ਰਿਟਾਇਰ ਹੋਇਆ ਵਾ। ਇਹਨਾਂ ਦੇ ਸਾਡੇ ਲਾ ਨੇ 2 ਦਿਨ ਤੋਂ ਟਰਾਈ ਕਰ ਰਿਹਾ ਸੀ ਟੈਲੀਫੋਨ ਦੇ ਉੱਤੇ ਬਈ ਇਹਨਾਂ ਨਾਲ ਵਾਰਤਾਲਾਪ ਹੋ ਜੇ, ਪਰ ਉਹ ਫੋਨ ਉਹਨਾਂ ਨਾਲ ਕੰਟੈਕਟ ਨਹੀਂ ਹੋ ਸਕਿਆ। ਫਿਰ ਉਹਨੇ ਆਣ ਕੇ ਜਦੋਂ ਬਾਹਰੋਂ ਤਾਲਾ ਖੋਲ੍ਹਿਆ ਤੇ ਦੇਖਿਆ ਅੰਦਰ ਉਹਨਾਂ ਦਾ ਮਰਡਰ ਹੋਇਆ ਪਿਆ। ਬਾਕੀ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਆ, ਪੋਸਟਮਾਰਟਮ ਕਰਾਉਣ ਲੱਗੇ ਆ। ਸਰੀਰ ਤੇ ਕੋਈ ਨਿਸ਼ਾਨ ਹੈਗੇ ਸੱਟਾਂ ਦੇ? ਸਰੀਰ ਦੇ ਉੱਤੇ ਹਾਂ ਇੰਜਰੀਜ਼ ਦੇ ਨਿਸ਼ਾਨ ਹੈਗੇ ਆ, ਉਹ ਵੈਰੀਫਾਈ ਕਰਦੇ ਆ। ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਹੀ ਪਤਾ ਲੱਗੂਗਾ। ਹੁਣ ਤੁਹਾਨੂੰ ਸੁਣਾਉਂਦੇ ਆ ਡਾਕਟਰ ਦਲਜੀਤ ਸਿੰਘ ਨੂੰ, ਜਿਨ੍ਹਾਂ ਦਾ ਕਹਿਣਾ ਹੈ ਕਿ ਸਾਰੇ ਹੀ ਰਲੇ ਮਿਲੇ ਹੋਏ ਨੇ। ਰਾਤ ਨੂੰ ਸਾਰੇ ਇਕੱਠੇ ਬੈਠ ਕੇ ਰੋਟੀ ਖਾਂਦੇ ਨੇ, ਕਿਸੇ ਨੂੰ ਕੋਈ ਫਰਕ ਨਹੀਂ ਪੈਂਦਾ। ਦੇਖੋ ਇਹ ਪੂਰੀ ਰਿਪੋਰਟ। ਅੱਜ ਜੋ ਕਿਸਾਨਾਂ ਦਾ ਮੁੱਦਾ ਚੱਲ ਰਿਹਾ ਉਸ ਤੋਂ ਲੋਕ ਸਾਰੇ ਪਰੇਸ਼ਾਨ ਹੈ। ਪੂਰਾ ਦੇਸ਼ ਇਸ ਨੂੰ ਫੇਸ ਕਰ ਰਿਹਾ ਕਿ ਕਿਸਾਨਾਂ ਨੂੰ ਇਨਸਾਫ ਮਿਲੇਗਾ ਜਾਂ ਨਹੀਂ ਮਿਲੇਗਾ, ਉਹਦਾ ਫੈਸਲਾ ਹਜੇ ਆਉਣਾ ਬਾਕੀ ਹੈ। ਪਰ ਇਸ ਵਿੱਚ ਸਰਕਾਰਾਂ ਨੂੰ ਕੋਸਿਆ ਜਾ ਰਿਹਾ ਹੈ। ਇਹਦੇ ਪਿੱਛੇ ਕਈ ਤਰ੍ਹਾਂ ਦੇ ਸਵਾਲ ਖੜੇ ਹੁੰਦੇ ਨੇ। ਤਾਂ ਇਸ ਖਾਸ ਮੌਕੇ 'ਤੇ ਮੇਰੇ ਨਾਲ ਗੱਲਬਾਤ ਕਰਨ ਲਈ ਮੌਜੂਦ ਨੇ ਡਾਕਟਰ ਦਲਜੀਤ ਸਿੰਘ ਚੀਮਾ ਜੀ। ਉਹਨਾਂ ਨਾਲ ਗੱਲਬਾਤ ਕਰ ਰਹੇ ਨੇ, ਇਸ ਬਾਰੇ ਉਹਨਾਂ ਦੇ ਵਿਚਾਰ ਜਾਣਦੇ। ਚੀਮਾ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਟੀਵੀ NRI ਤੇ। ਕਿ ਜਿੱਦਾਂ ਸਰਕਾਰਾਂ ਨੂੰ ਕੋਸਿਆ ਜਾ ਰਿਹਾ, ਜਿੱਦਾਂ ਫਿਰ ਉਹਨਾਂ ਨੇ ਪ੍ਰਦਰਸ਼ਨ ਕੀਤਾ ਹਰਪਾਲ ਸਿੰਘ ਚੀਮਾ ਜੀ ਨੇ, ਉਹਨਾਂ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਖਰੜ ਪੁਲਿਸ ਸਟੇਸ਼ਨ 'ਤੇ ਨੇ ਉਸ ਸਮੇਂ। ਤਾਂ ਇਹ ਸਰਕਾਰਾਂ ਨੂੰ ਕਿਉਂ ਕੋਸਿਆ ਜਾ ਰਿਹਾ? ਬਾਦਲ ਸਰਕਾਰ ਹੋਵੇ ਜਾਂ ਮੋਦੀ ਸਰਕਾਰ ਹੋਵੇ। ਦੇਖੋ, ਗੱਲ ਇਹ ਹੈ ਕਿ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਵੱਲੋਂ ਵੀ ਪਹਿਲਾਂ ਰਾਹੁਲ ਗਾਂਧੀ ਨੇ ਟਰੈਕਟਰ ਰੈਲੀ ਕਰਕੇ 3 ਦਿਨ ਦਾ ਡਰਾਮਾ ਕੀਤਾ। ਆਮ ਆਦਮੀ ਪਾਰਟੀ ਵਾਲੇ ਵੀ ਕਰ ਰਹੇ ਆ। ਪਰ ਮੈਂ ਇਹਨਾਂ ਨੂੰ ਇਹ ਪੁੱਛਦਾ ਕਿ ਜਦੋਂ ਪਾਰਲੀਮੈਂਟ ਦੇ ਵਿੱਚ ਇਹ ਬਿੱਲ ਪੇਸ਼ ਹੋ ਰਿਹਾ ਸੀ, ਉਦੋਂ ਇਹ ਸਰਗਰਮੀ ਇਹਨਾਂ ਨੇ ਕਿਉਂ ਨਹੀਂ ਦਿੱਤੀ? ਕਿਉਂਕਿ ਨਾ ਉੱਥੇ ਕਾਂਗਰਸ ਦੇ ਸੀਨੀਅਰ ਲੀਡਰ ਹਾਊਸ ਦੇ ਵਿੱਚ ਲੋਕ ਸਭਾ 'ਚ ਹਾਜ਼ਰ, ਨਾ ਰਾਜ ਸਭਾ 'ਚ ਹਾਜ਼ਰ ਹੋਏ। 33 ਮੈਂਬਰ ਕਾਂਗਰਸ ਪਾਰਟੀ ਦੇ ਹਾਊਸ ਦੇ ਵਿੱਚੋਂ ਗੈਰ ਹਾਜ਼ਰ ਸੀ। ਤੇ ਕਾਂਗਰਸ ਨੂੰ ਚਾਹੀਦਾ ਨਹੀਂ ਸੀ ਕਿ ਉੱਥੇ ਵਿਪ ਜਾਰੀ ਕਰਦੀ ਕਿ ਸਾਰੇ ਮੈਂਬਰ ਰਾਜ ਸਭਾ 'ਚ ਹਾਜ਼ਰ ਨੇ। ਜੇ ਆਮ ਆਦਮੀ ਪਾਰਟੀ ਤੇ ਕਾਂਗਰਸ ਸੁਹਿਰਦ ਹੁੰਦੇ ਤੇ ਕਿਸੇ ਵੀ ਹਾਲਤ ਦੇ ਵਿੱਚ ਬਿੱਲ ਜਿਹੜਾ ਰਾਜ ਸਭਾ ਦੇ ਵਿੱਚ ਪਾਸ ਨਹੀਂ ਸੀ ਹੋ ਸਕਦਾ। ਪਰ ਕੇਜਰੀਵਾਲ ਨੇ ਤਾਂ 1.5 ਮਹੀਨਾ ਹੋ ਗਿਆ ਜ਼ਬਾਨ ਹੀ ਨਹੀਂ ਖੋਲ੍ਹੀ। 67 ਇਹਨਾਂ ਦੇ ਉੱਥੇ MLA ਆ ਆਮ ਆਦਮੀ ਪਾਰਟੀ ਦੇ ਦਿੱਲੀ 'ਚ 17 ਦੇ ਵਿੱਚੋਂ। ਇੱਕ ਨੇ ਵੀ ਜਾ ਕੇ ਕਿਤੇ ਮੁਜ਼ਾਹਰਾ ਕੀਤਾ ਹੋਵੇ ਪਾਰਲੀਮੈਂਟ ਦੇ ਸਾਹਮਣੇ, ਉੱਥੋਂ ਤਾਂ ਅੱਧਾ ਕਿਲੋਮੀਟਰ ਦੂਰ ਆ, ਤੇ ਕਿਸੇ ਇੱਕ ਨੇ ਵੀ ਜਾ ਕੇ ਉੱਥੇ ਜਿਹੜਾ ਮੁਜ਼ਾਹਰਾ ਕਰਨਾ ਠੀਕ ਨਹੀਂ ਸਮਝਿਆ। ਜਾਂ ਪੰਜਾਬ ਦੇ ਵਿੱਚ ਹੁਣ ਡਰਾਮੇ ਜਿਹੇ ਕਾਹਦੇ ਵਾਸਤੇ ਕਰੀਏ? ਸ਼ਿਵ ਸੈਨਾ ਦਾ ਤੇ ਕਾਂਗਰਸ ਦਾ ਸਮਰਥਨ ਹੈ ਮਹਾਰਾਸ਼ਟਰ ਦੇ ਵਿੱਚ, ਤੇ ਸ਼ਿਵ ਸੈਨਾ ਬਿੱਲਾਂ ਦੇ ਹੱਕ 'ਚ ਵੋਟ ਪਾਈ ਕਿ ਇਹਨਾਂ ਨੇ ਉਹਨਾਂ ਦੀ ਸਪੋਰਟ ਵਾਪਸ ਲੈ ਲਈ ਸਰਕਾਰ 'ਚ ਮਹਾਰਾਸ਼ਟਰ। ਅੱਜ ਸਾਡੇ ਮੁੱਖ ਮੰਤਰੀ ਸਾਹਿਬ ਸਾਰਾ ਕੁਝ 2017 ਦੇ ਮੈਨੀਫੈਸਟੋ 'ਚ ਇਹਨਾਂ ਨੂੰ ਲਿਖਿਆ ਹੋਇਆ। 2017 'ਚ ਵਿਧਾਨ ਸਭਾ 'ਚ ਪਾਸ ਵੀ ਕਰਵਾਇਆ ਹੋਇਆ। ਜਿਹੜੀ ਮੁੱਖ ਮੰਤਰੀਆਂ ਦੀ ਕਮੇਟੀ ਆਰਡੀਨੈਂਸ ਬਣਾਉਣ ਵਾਸਤੇ ਬਣੀ ਸੀ, ਉਹਦੇ ਮੈਂਬਰ ਸੀਗੇ। ਬਣਾਉਣ ਵਾਲੇ ਪਾਸੇ ਵੀ ਦਸਤਖਤ ਕਰ ਰਹੇ, ਤੇ ਹੁਣ ਆ ਕੇ ਇੱਥੇ ਪੰਜਾਬ ਦੇ ਵਿੱਚ ਡਰਾਮੇ ਵੀ ਜਿਹੜੇ ਕਰੀ ਜਾਂਦੇ। ਜਿਹੜਾ ਰਾਹੁਲ ਗਾਂਧੀ ਦਾ 2019 ਦਾ ਮੈਨੀਫੈਸਟੋ ਹੈ, ਉਹਦੇ ਵਿੱਚ ਤਾਂ APMC ਐਕਟ ਜਿਹੜਾ ਮੰਡੀਆਂ ਦਾ ਕਾਨੂੰਨ ਹੈ, ਇਹਨੂੰ ਖਤਮ ਕਰਕੇ ਮੰਡੀਆਂ ਦਾ ਢਾਂਚਾ ਹੀ ਖਤਮ ਕਰਨ ਦੀ ਗੱਲ ਕੀਤੀ ਹੋਈ। ਇਸ ਕਰਕੇ ਕਹਿੰਦੇ ਕੁਛ ਹੈ, ਕਰਦੇ ਕੁਛ ਹੈ। ਪਰ ਹੁਣ ਜਨਤਾ ਸਮਝ ਗਈ ਹੈ ਦੋਨੇ ਪਾਰਟੀਆਂ, ਕਾਂਗਰਸ ਤੇ ਆਮ ਆਦਮੀ ਪਾਰਟੀ, ਇਹ ਰਲੇ ਹੋਏ ਆ। ਰਲ ਕੇ ਰੌਲਾ ਪਾ ਕੇ ਆਪਣੀਆਂ ਗਲਤੀਆਂ ਨੂੰ ਛੁਪਾਉਣਾ ਚਾਹੁੰਦੇ ਆ। ਪਰ ਕਿਸਾਨਾਂ ਨੂੰ ਸਾਰੀ ਸੱਚਾਈ ਮਾਲੂਮ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੇ ਡਟ ਕੇ ਉਹਨਾਂ ਦੇ ਹੱਕਾਂ ਵਾਸਤੇ ਉੱਥੇ ਅੰਦਰ ਸਟੈਂਡ ਵੀ ਲਿਆ, ਖਿਲਾਫ ਵੋਟ ਵੀ ਪਾਈ, ਕੇਂਦਰੀ ਵਜ਼ਾਰਤ ਤੋਂ ਅਸਤੀਫਾ ਵੀ ਲਿਆ। ਤੇ ਅੱਜ ਵੀ ਅਸੀਂ ਪੰਜਾਬ ਦੇ ਵਿੱਚ ਉਹਨਾਂ ਦੇ ਵਾਸਤੇ ਧਰਨੇ ਵੀ ਲਾਏ ਆ, ਤਖਤਾਂ ਤੋਂ ਮਾਰਚ ਵੀ ਕੱਢੀ ਹੈ, ਤੇ ਅੱਗੋਂ ਵੀ ਅਸੀਂ ਕਮੇਟੀ ਬਣਾਈ ਹੈ ਕਿ ਦੇਸ਼ ਦੇ ਵਿੱਚ ਜਿਹੜੀਆਂ ਸਾਰੀਆਂ ਲਾਈਕ ਮਾਈਂਡਡ ਪਾਰਟੀਆਂ ਉਹਨੂੰ ਇਕੱਠੇ ਕਰਕੇ ਸ਼ਕਤੀ ਦੇ ਵਿੱਚ ਵਾਧਾ ਕਰਕੇ ਆਉਣ ਵਾਲੇ ਸਮੇਂ ਦੇ ਵਿੱਚ ਫਿਰ ਸਰਕਾਰ ਨੂੰ ਮਜਬੂਰ ਕਰਾਂਗੇ ਕਿ ਤਿੰਨੇ ਕਾਨੂੰਨ ਵਾਪਸ ਆਉਣ। ਇਸ ਨੂੰ ਪੋਲੀਟੀਕਲ ਏਜੰਡੇ ਨਾਲ ਕਿਹਾ ਜਾ ਸਕਦਾ ਹੈ? ਦੇਖੋ, ਅੱਜ ਜੋ ਕੁਝ ਮੈਂ ਕਿਹਾ ਸਾਰੀ ਪੋਲੀਟਿਕਸ ਹੀ, ਕਿਉਂਕਿ ਇੱਥੇ ਡਰਾਮੇ ਕਰੀ ਜਾਓ,
ਜਿੱਥੇ ਬਿੱਲ ਬਣਦੇ ਸੀ ਉੱਥੇ ਬੇਈਮਾਨੀ ਕਰੀ ਗਏ। ਤੁਹਾਡੇ ਲਈ ਸਭ ਤੋਂ ਵੱਡਾ ਚੈਲੰਜ ਕੀ ਰਹੇਗਾ? ਹੁਣ ਗੱਲ ਕਰੀ ਚੁਣੌਤੀ ਹੈ ਕਿ ਸਰਕਾਰ ਨੂੰ ਕੋਸਿਆ ਜਾ ਰਿਹਾ, ਅੱਜ ਵੀ ਉਹਨਾਂ ਨੇ ਧਰਨਾ ਦਿੱਤਾ ਹੈ ਚੰਡੀਗੜ੍ਹ ਆਪਣਾ ਟੀ ਪੁਆਇੰਟ ਤੇ ਹਰਪਾਲ ਸਿੰਘ ਚੀਮਾ ਨੇ। ਦੇਖੋ ਇਹ ਤੇ ਦਿਨੇ ਜਾ ਕੇ ਤੇ ਮੁੱਖ ਮੰਤਰੀ ਦੇ ਘਰਾਂ ਦੇ ਬਾਹਰ ਧਰਨੇ ਦੇ ਜਾਂਦੇ ਆ, ਸ਼ਾਮ ਨੂੰ ਜਾ ਕੇ ਉੱਥੇ ਰੋਟੀ ਖਾਣ ਚਲੇ ਜਾਂਦੇ ਆ, ਸਲਾਹ ਕਰਨ ਚਲੇ ਜਾਂਦੇ ਆ। ਸਾਰੀ ਸਲਾਹ ਬਾਤ ਇਹਨਾਂ ਦੀ ਸ਼ਾਮ ਨੂੰ ਮੁੱਖ ਮੰਤਰੀ ਸਾਹਿਬ ਦੀ ਕੋਠੀ ਤੇ ਕਾਂਗਰਸ ਦੇ ਦਫ਼ਤਰ ਬਹਿ ਕੇ ਇਕੱਠੀ ਹੋਈ। ਆਹ ਕੰਮ ਉਦੋਂ ਕਰ ਲਿਆ ਕਰ ਜਿਹੜਾ ਹੁਣ ਜਾ ਕੇ ਇੱਥੇ ਧਰਨੇ ਦੇ ਕਰਦੇ ਆ। ਇਹ ਸਾਰੇ ਰਲੇ ਹੋਏ ਆ, ਇਹਨਾਂ ਦਾ ਨਿਸ਼ਾਨਾ ਹੈ ਸ਼੍ਰੋਮਣੀ ਅਕਾਲੀ ਦਲ। ਇਸ ਕਰਕੇ ਕਾਂਗਰਸ ਪਾਰਟੀ ਹੈ ਚਾਹੇ ਆਮ ਆਦਮੀ ਪਾਰਟੀ ਹੈ, ਰਲ ਕੇ ਦੋਨਾਂ ਨੇ ਕੂੜ ਪ੍ਰਚਾਰ ਕਰਨਾ। ਪਰ ਹੁਣ ਇਹਨਾਂ ਦਾ ਸਾਰਾ ਭੇਦ ਖੁੱਲ੍ਹ ਗਿਆ, ਹੁਣ ਲੋਕੀ ਇਹਨਾਂ ਦੇ ਇਤਬਾਰ ਨਹੀਂ ਕਰਦੇ। ਚੀਮਾ ਨੂੰ ਤੁਹਾਡੀ ਕੋਈ ਉਮੀਦਾਂ ਨੇ ਕਿ ਕਿਸਾਨਾਂ ਨੂੰ ਇਨਸਾਫ ਮਿਲੇਗਾ ਜਾਂ ਇੱਦਾਂ ਹੀ ਲੜਾਈ ਲੰਬੀ ਚੱਲੇਗੀ, ਜਾ ਰਹੀ ਹੈ ਲੜਾਈ? ਅਸੀਂ ਕਿਸਾਨਾਂ ਦੇ ਨਾਲ ਆ। ਅਸੀਂ ਇਸੇ ਕਰਕੇ ਕਹਿ ਕੇ ਅਸੀਂ ਨੈਸ਼ਨਲ ਲੈਵਲ ਦੇ ਉੱਤੇ ਵੀ ਜਿੰਨੀਆਂ ਖੇਤਰੀ ਪਾਰਟੀਆਂ ਨੂੰ ਇਕੱਠੇ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਫਿਰ ਆਪਣੀ ਸ਼ਕਤੀ ਵਧਾ ਕੇ ਤੇ ਕੇਂਦਰ ਸਰਕਾਰ ਨੂੰ ਮਜ਼ਬੂਤ ਕਰੋ। ਉਹੀ ਇੱਕ ਰਸਤਾ ਹੈ, ਉਹਦੇ 'ਤੇ ਅਸੀਂ ਲਗਾਤਾਰ ਕਰਦੇ ਹਾਂ। ਤੁਹਾਡੇ ਰਾਜਨੀਤਿਕ ਸਫ਼ਰ ਦੀ ਗੱਲ ਕਰੀਏ ਤਾਂ ਕਾਫੀ ਇੰਟਰਸਟਿੰਗ ਹੈ। ਤੁਸੀਂ ਸੀਐਮ ਦਾ ਐਡਵਾਈਜ਼ਰ ਵੀ ਰਹਿ ਚੁੱਕੇ ਹੋ, 6 ਮਹੀਨੇ ਤੁਸੀਂ ਉਹ ਵੀ ਕਰ ਚੁੱਕੇ ਹੋ। ਆਰਥੋਪੈਡਿਕਸ ਦਾ ਐਕਸਪੀਰੀਅੰਸ ਵਾਈਜ਼ ਕਿੱਦਾਂ ਰਿਹਾ? ਦੇਖੋ ਮੈਂ ਪਹਿਲਾਂ ਡਾਕਟਰ ਸੀ, ਸਟੂਡੈਂਟ ਲਾਈਫ ਤੋਂ ਉੱਥੇ ਡਾਕਟਰ ਦੇ ਵੀ ਐਸੋਸੀਏਸ਼ਨ ਵਿੱਚ ਪਾਰਟੀਸਪੇਟ ਕਰਦੇ ਰਹੇ। ਹੌਲੀ ਹੌਲੀ ਜਿਹੜੀ ਹੈ ਸਮਾਜ ਸੇਵਾ ਕਰਦੇ ਕਰਦੇ ਰਾਜਨੀਤੀ 'ਚ ਆ ਗਏ ਔਰ ਲੰਬਾ ਸਮਾਂ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਹੋ ਗਿਆ। 25 ਸਾਲ ਤੋਂ ਵੱਧ ਦੀ ਸੇਵਾ ਹੋ ਗਈ, ਮੁੱਖ ਮੰਤਰੀ ਸਾਹਿਬ ਦੇ ਐਡਵਾਈਜ਼ਰ ਦੇ ਤੌਰ 'ਤੇ ਵੀ, ਕੈਬਨਿਟ ਮੰਤਰੀ ਦੇ ਤੌਰ 'ਤੇ ਵੀ। ਆਪਣੀ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਜਿੰਨਾ ਵਧੀਆ ਤੋਂ ਵਧੀਆ ਕਰ ਸਕੀਏ ਕਰੀਏ। ਬਾਕੀ ਜਨਤਾ ਨੇ ਫੈਸਲਾ ਕਰਨਾ ਹੁੰਦਾ, ਲੇਕਿਨ ਮੇਰੇ ਮਨ ਦੀ ਸੰਤੁਸ਼ਟੀ ਹੈ ਕਿ ਮੈਂ ਆਪਣਾ ਜੋ ਡਿਊਟੀ ਲੱਗਦੀ ਰਹੀ ਹੈ ਉਹਨੂੰ ਨਿਭਾਈ। ਇਹ ਜਿਹੜਾ ਸਾਰਾ ਸਿਸਟਮ ਵਿਗੜਿਆ ਹੋਇਆ ਇਹਨੂੰ ਇਹ ਕੀ ਲੱਗਦਾ ਸੁਧਰੇਗਾ 2020 ਤੱਕ ਜਾਂ ਅਗਲੇ ਸਾਲ ਤੱਕ? ਕਿਉਂਕਿ ਸਾਰਾ ਜਿਹੜਾ ਸਿਸਟਮ ਉਹ ਵਿਗੜਦਾ ਚੁੱਕਿਆ ਹੀ ਹੈ। 2020 ਤਾਂ ਆਲਮੋਸਟ ਖਤਮ ਹੈ ਤੇ 2021 ਤੋਂ ਨਵੀਆਂ ਉਮੀਦਾਂ ਨੇ ਲੋਕਾਂ ਦੀ ਕਿ ਨਵੀਂ ਸਰਕਾਰ ਆਵੇ, ਉਹਨੂੰ ਵੀ ਜਿਹੜਾ ਇਨਸਾਫ ਉਹ ਮਿਲੇ, ਸਿਸਟਮ ਸੁਧਰੇ ਦੇਸ਼ ਦਾ। ਦੇਖੋ ਸਿਸਟਮ ਤਾਂ ਹੀ ਸੁਧਰੇਗਾ ਜਨਤਾ ਜਾਗਰੂਕ ਹੋਏ। ਇਲੈਕਸ਼ਨਾਂ ਦੇ ਵੇਲੇ ਗੁਟਕਾ ਸਾਹਿਬ ਹੱਥਾਂ 'ਚ ਫੜ ਕੇ ਮੈਨੀਫੈਸਟੋਆਂ ਦੇ ਵਿੱਚ ਵੱਡੇ ਵੱਡੇ ਵਾਅਦੇ ਕਰਕੇ ਪਾਰਟੀਆਂ ਗੁੰਮਰਾਹ ਕਰਦੀਆਂ। ਇਸ ਕਰਕੇ ਐਤਕੀ ਲੋਕਾਂ ਨੂੰ ਚਾਹੀਦਾ ਹੈ ਕਿ ਪਿਛਲੀ ਇਹਨਾਂ ਦੀ ਕਾਰਗੁਜ਼ਾਰੀ ਜਿਹੜੀ ਹੈ ਉਹਦੇ 'ਤੇ ਧਿਆਨ ਕਰਨ, ਬਾਕੀ ਕੂੜ ਪ੍ਰਚਾਰ ਵਾਲੇ ਪਾਸੇ ਉੱਧਰ ਨਾ ਕਰਨ। ਜਿਹੜੇ ਵਾਅਦੇ ਗੁਟਕਾ ਸਾਹਿਬ ਦੀ ਸਹੁੰ ਖਾ ਕੇ 90,000 ਦਾ ਕਰਜ਼ਾ ਮਾਫ ਕਰਨ ਦਾ, ਘਰ ਨੌਕਰੀਆਂ ਦਾ, ਨਸ਼ੇ 4 ਹਫ਼ਤੇ 'ਚ ਖਤਮ ਕਰਨ ਦੇ ਕੀਤੇ ਸੀ, ਉਹਦੇ 'ਤੇ ਲੋਕੀ ਸੱਥਾਂ 'ਚ ਬੈਠ ਕੇ ਵਿਚਾਰ ਕਰਨ ਕਿ ਸਾਡੇ ਨਾਲ ਐਡਾ ਵੱਡਾ ਧੋਖਾ ਕਿਉਂ ਹੈ। ਉਸੇ 'ਤੇ ਫੋਕਸ ਕਰਨ ਸਰਕਾਰ ਦੀ ਕਾਰਗੁਜ਼ਾਰੀ ਦੇ ਉੱਤੇ, ਤੇ ਫਿਰ ਜਾ ਕੇ ਫੈਸਲੇ ਕਰਨਗੇ ਤਾਂ ਸਹੀ ਫੈਸਲੇ। ਜਦੋਂ ਝੂਠ ਤੇ ਕੂੜ ਪ੍ਰਚਾਰ ਹੋ ਜਾਂਦਾ ਤੇ ਅਸੀਂ ਧਿਆਨ ਨਹੀਂ ਕਰਦੇ ਤੇ ਫਿਰ ਕਿਤੇ ਨਾ ਕਿਤੇ ਬਾਅਦ ਦੇ ਵਿੱਚ ਸਾਨੂੰ ਪਛਤਾਉਣਾ ਪੈਂਦਾ। ਹੁਣ ਸਾਰਾ ਪੰਜਾਬ ਪਛਤਾ ਰਿਹਾ, ਕਿਤੇ ਕਿੰਨੀ ਡਿਵੈਲਪਮੈਂਟ ਸੀ ਪੰਜਾਬ ਦੇ ਵਿੱਚ, ਕਿੰਨੀ ਅਮਨ ਸ਼ਾਂਤੀ ਸਾਂਝੀਵਾਲਤਾ ਦਾ ਮਾਹੌਲ ਸੀ, ਸਾਰਾ ਕੁਝ ਉਲਟਾ ਹੋ ਗਿਆ। ਕਿਤੇ ਕੋਈ ਸਰਕਾਰੀ ਰਿਕਰੂਟਮੈਂਟ ਨਹੀਂ ਹੋਈ, ਗਵਰਨਮੈਂਟ ਦੀ ਵਰਕਿੰਗ ਦਾ ਭੱਠਾ ਬੈਠਾ ਪਿਆ। ਇਸ ਕਰਕੇ ਕਦੀ ਲੋਕਾਂ ਨੇ ਨਹੀਂ ਸੋਚਿਆ ਸੀ ਕਿ ਐਡੇ ਸੋਹਣਾ ਕੰਮ ਚੱਲਦਾ ਸੀ ਇਸ ਤਰ੍ਹਾਂ। ਪਰ ਇਹ ਫੈਸਲਾ ਜਨਤਾ ਨੇ ਕਰਨਾ ਹੁੰਦਾ, ਇਸ ਕਰਕੇ ਜਨਤਾ ਨੂੰ ਸੁਚੇਤ ਹੋਣਾ ਚਾਹੀਦਾ। ਜਿਹੜੇ ਲੋਕੀ ਧੋਖਾ ਦਿੰਦੇ ਆ ਉਹਨਾਂ ਨੂੰ ਫਿਰ ਸਜ਼ਾ ਦੇਣੀ ਚਾਹੀਦੀ। ਅਕਸਰ ਲੋਕ ਸਰਕਾਰਾਂ ਨੂੰ ਕਹਿੰਦੇ ਨੇ ਕਿ ਸਰਕਾਰ ਸਿਰਫ ਗੱਲਾਂ ਹੀ ਕਰਦੀ, ਕੰਮ ਨਹੀਂ ਕਰਦੀ। ਕੀ ਸਰਕਾਰ ਵਾਕਈ ਗੱਲਾਂ ਕਰਦੀ ਹੈ? ਕੰਮ 'ਤੇ ਵੀ ਧਿਆਨ ਹੈ ਸਰਕਾਰ ਦਾ? ਨਹੀਂ, ਆਹ ਤਾਂ ਕੁਛ ਵੀ ਨਹੀਂ ਕਰਦੇ। ਇਹ ਤਾਂ ਗੱਲਾਂ ਵੀ ਨਹੀਂ ਕਰਦੇ ਤੇ ਕੰਮ ਵੀ ਨਹੀਂ ਕਰਦੇ। ਇਹ ਤਾਂ ਮਿਲਦੇ ਹੀ ਨਹੀਂ, ਜੰਗਲਾਂ 'ਚ ਚਲੇ ਗਏ। ਲੋਕਾਂ ਨੇ ਦਿੱਤਾ ਸੀ ਮੌਕਾ ਇਹਨਾਂ ਨੂੰ ਸੈਕਟਰੀ 'ਚ ਬਹਿ ਕੇ ਇੱਥੇ ਪਰਫਾਰਮ ਕਰਨ ਦਾ, ਇਹ ਜੰਗਲਾਂ ਵਾਲੇ ਪਾਸੇ ਚੱਲ ਪਏ। ਇਸ ਕਰਕੇ ਇਹ ਤਾਂ ਮੌਜ ਮਸਤੀ ਵਾਲੀ ਸਰਕਾਰ। ਇਹੋ ਜਿਹੀਆਂ ਸਰਕਾਰਾਂ ਜਿਹੜੀਆਂ ਇਹ ਤਾਂ ਸੂਬੇ ਨੂੰ ਕਈ ਸਾਲ ਪਿੱਛੇ ਜਿਹੜਾ ਇਹਨਾਂ ਨੇ ਕਰ ਦਿੱਤਾ। ਇਸ ਕਰਕੇ ਮੈਂ ਸਮਝਦਾ ਬਦਕਿਸਮਤੀ ਸੀ ਪੰਜਾਬ ਦੀ ਕਿ ਇਹਨਾਂ ਨੂੰ ਮੌਕਾ ਮਿਲਿਆ, ਪਰ ਐਤਕੀ ਜਨਤਾ ਇਹਨਾਂ ਨੂੰ ਸਭ ਜਿਹੜਾ ਸਿਖਾਇਆ। ਇਹ ਹੁਣ ਚੀਮਾ ਜੀ ਦਾ ਤੋੜ ਕੀ ਹੈ? ਤੁਸੀਂ ਕਹਿੰਦੇ ਸਰਕਾਰ ਸਿਰਫ ਮਸਤੀ ਮੌਜ ਮਸਤੀ ਕਰਨ ਵਾਲੀ ਸਰਕਾਰ ਹੈ, ਤੋੜ ਕੀ ਹੈਗਾ? ਨਹੀਂ, ਤੋੜ ਤਾਂ ਇਹੀ ਹੈ ਕਿ ਇਹਨਾਂ ਨੂੰ ਹੁਣ ਸਜ਼ਾ ਦੇਣ ਦਾ ਮੌਕਾ ਆ ਗਿਆ, ਕਿਉਂਕਿ ਹੁਣ ਅਖੀਰਲਾ ਇਲੈਕਸ਼ਨ ਦਾ ਸਾਲ ਆ ਗਿਆ ਤੇ ਲੋਕੀ ਇਹਨਾਂ ਨੂੰ ਦੇਖੋ ਬੁਰੀ ਤਰ੍ਹਾਂ ਦੇ ਨਾਲ ਇੱਥੋਂ ਕੱਢਣਗੇ ਪੰਜਾਬ ਦੇ ਵਿੱਚ, ਤਾਂ ਹੀ ਸਿਸਟਮ ਜਿਹੜਾ ਪੰਜਾਬ ਦਾ ਉਹ ਠੀਕ ਹੋਵੇਗਾ। ਤੇ ਇਹ ਜੀ ਸਰਕਾਰਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ, ਉਹਨੂੰ ਕੀ ਸੰਦੇਸ਼ ਦੇਣਾ ਚਾਹੋਗੇ? ਨਹੀਂ, ਇਹਨਾਂ ਨੂੰ ਤੇ ਸਰਕਾਰਾਂ ਨੂੰ ਤੇ ਕੋਈ ਦੇਖੋ ਡਿਊਟੀ ਬਣਦੀ ਹੁੰਦੀ ਕਿ ਜੋ ਲੋਕਾਂ ਨਾਲ ਕਮਿਟਮੈਂਟ ਕਰਕੇ ਆਏ ਹੋ ਉਹਨੂੰ ਆ ਕੇ ਪੂਰਾ ਕਰੋ। ਕਮਿਟਮੈਂਟ ਦੀ ਵੀ ਕੋਈ ਵੈਲਿਊ ਹੋਣੀ ਚਾਹੀਦੀ ਹੈ ਕਿ ਲੋਕਾਂ ਨਾਲ ਕਮਿਟਮੈਂਟ ਕੀਤੀ ਹੈ। ਹੁਣ ਤਾਂ ਹੈ ਹੀ ਕੋਈ ਨਹੀਂ, ਝੂਠ ਬੋਲ ਕੇ ਵੋਟਾਂ ਲੈ ਲਓ ਤੇ ਬਾਅਦ ਦੇ ਵਿੱਚ ਲੋਕਾਂ ਨੂੰ ਕਹਿੰਦੇ ਖਜ਼ਾਨਾ ਖਾਲੀ ਹੈ। ਖਜ਼ਾਨਾ ਤਾਂ ਉਹੀ ਹੈ, ਉਹੀ ਡਾਕੂਮੈਂਟ ਨੇ, ਉਹੀ ਬਜਟ ਪੇਸ਼ ਹੁੰਦੇ ਹਰ ਸਾਲ। ਉਦੋਂ ਤੁਸੀਂ ਸਾਰਾ ਕੁਝ ਦੇਖ ਕੇ ਸਟੇਟ ਦੀ ਜਿਹੜੀ ਫਾਈਨੈਂਸ਼ੀਅਲ ਸਥਿਤੀ ਆ ਤੇ ਫਿਰ ਲੋਕਾਂ ਨਾਲ ਵਾਅਦੇ ਕਰੋ। ਪਰ ਵਾਅਦੇ ਕਰਨੇ ਸੌਖਾ ਆ, ਵੀ ਝੂਠ ਬੋਲਣਾ ਜੋ ਮਰਜ਼ੀ ਕਰ ਦਿਓ। ਇਸ ਵੇਲੇ ਸਾਰੇ ਵਰਗ ਜਿਹੜੇ ਪੰਜਾਬ ਦੇ ਉਹ ਦੁਖੀ।
ਇਸ ਕਰਕੇ ਮੈਂ ਸਮਝਦਾ ਜਨਤਾ ਨੇ ਹੁਣ ਰਿਲਾਈਜ਼ ਕਰਾ ਲਿਆ, ਸਾਰੇ ਲੋਕਾਂ ਨੇ ਇਸ ਵੇਲੇ ਮਹਿਸੂਸ ਕੀਤਾ। ਹੁਣ ਤਾਂ ਲੋਕੀ ਟਾਈਮ ਦੀ ਇੰਤਜ਼ਾਰ ਕਰ ਰਹੇ ਆ ਕਿ ਕਦੋਂ ਸਮਾਂ ਆਵੇ ਤੇ ਇਹਨਾਂ ਤੋਂ ਛੁਟਕਾਰਾ ਮਿਲੇ। ਤਾਂ ਇਸੇ ਲਈ ਮੇਰਾ ਦਲਜੀਤ ਸਿੰਘ ਚੀਮਾ ਜੀ ਨੇ ਦੱਸਿਆ ਕਿ ਜਿਹੜੀ ਸਰਕਾਰਾਂ ਸਿਰਫ ਮੌਜ ਮਸਤੀ ਕਰਨ ਲਈ ਸਰਕਾਰਾਂ ਨੇ, ਸਰਕਾਰਾਂ ਨੂੰ ਆਪਣੇ ਕੰਮ ਵੱਲ ਧਿਆਨ ਦੇਣਾ ਚਾਹੀਦਾ, ਕਿਸਾਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਹੈ। ਬਾਦਲ ਸਰਕਾਰ ਕਿਸਾਨਾਂ ਦੇ ਨਾਲ ਹੈ, ਬਣੇ ਰਹੋ ਟੀਵੀ NRI ਨਾਲ। ਬਾਬਾ ਬੁੱਢਾ ਸਾਹਿਬ ਜੀ ਦੇ ਮੇਲੇ ਨੂੰ ਜਾ ਰਿਹਾ ਆਟੋ ਸੜਕੀ ਹਾਦਸੇ ਦਾ ਸ਼ਿਕਾਰ ਹੋ ਗਿਆ ਹੈ। ਕੰਬਾਈਨ ਦੇ ਨਾਲ ਭਿਆਨਕ ਟੱਕਰ ਹੋ ਗਈ ਹੈ। ਸਭ ਦੀ ਹਾਲਤ ਫਿਲਹਾਲ ਗੰਭੀਰ ਦੱਸੀ ਜਾ ਰਹੀ ਹੈ। ਆਟੋ ਰਿਕਸ਼ਾ ਬੰਡਾਲਾ ਤੋਂ 6 ਸਵਾਰੀਆਂ ਲੈ ਕੇ ਬਾਬਾ ਬੁੱਢਾ ਸਾਹਿਬ ਦੇ ਮੇਲੇ ਤੇ ਜਾ ਰਿਹਾ ਸੀ। ਸਾਹਮਣੇ ਤੋਂ ਆ ਰਹੀ ਕੰਬਾਈਨ ਦੇ ਨਾਲ ਆਟੋ ਦੀ ਟੱਕਰ ਹੋ ਗਈ। ਤਰਨਤਾਰਨ ਦੇ ਅਧੀਨ ਪੈਂਦੇ ਪਿੰਡ ਕੋਟ ਧਰਮਚੰਦ ਕਲਾਂ ਦੇ ਆਟੋ ਰਿਕਸ਼ਾ ਤੇ ਕੰਬਾਈਨ ਦੀ ਟੱਕਰ ਹੋਣ ਦੇ ਨਾਲ 6 ਲੋਕ ਗੰਭੀਰ ਰੂਪ 'ਚ ਜ਼ਖਮੀ ਹੋ ਗਏ। ਇਹ ਆਟੋ ਰਿਕਸ਼ਾ ਬੰਡਾਲਾ ਤੋਂ 6 ਸਵਾਰੀਆਂ ਲੈ ਕੇ ਬਾਬਾ ਬੁੱਢਾ ਸਾਹਿਬ ਦੇ ਮੇਲੇ ਜਾ ਰਿਹਾ ਸੀ, ਪਰ ਜਦੋਂ ਆਟੋ ਪਿੰਡ ਧਰਮਚੰਦ ਕੋਲ ਪਹੁੰਚਿਆ ਤਾਂ ਸਾਹਮਣੇ ਸਾਈਡ ਤੋਂ ਆ ਰਹੇ ਕੰਬਾਈਨ ਦੇ ਨਾਲ ਭਿਆਨਕ ਟੱਕਰ ਹੋ ਗਈ ਅਤੇ ਇਸ ਹਾਦਸੇ 'ਚ 6 ਲੋਕ ਗੰਭੀਰ ਰੂਪ 'ਚ ਜ਼ਖਮੀ ਹੋ ਗਏ। ਦੇਖੋ ਤਰਨਤਾਰਨ ਤੋਂ ਪੱਤਰਕਾਰ ਪਵਨ ਕੁਮਾਰ ਦੀ ਰਿਪੋਰਟ। ਕੰਪੈਨ ਵਾਲੇ ਨੇ ਕਟਰ ਪਾਇਆ ਹੋਇਆ ਸੀਗਾ, ਅਸੀਂ ਆਟੋ ਲੱਗੇ ਕੱਢਣ ਆਪਣਾ ਸਾਈਡ ਥਾਣੀ, ਉਹਨੇ ਸਾਡੇ ਵੱਲ ਨੂੰ ਕੱਟ ਮਾਰੀ ਤੇ ਉਹਨੇ ਰੋਕਿਆ ਨਹੀਂ ਤੇ ਭਾਈ ਸਾਡੇ ਆਟੋ ਥੱਲੇ ਆ ਗਿਆ ਉਹਦੇ ਕੱਟਣ ਤੇ ਆ ਬੱਚੇ ਥੱਲੇ ਆ ਗਏ ਵਿਚਾਰੇ। ਕਿੰਨੇ ਜਣੇ ਸੀ ਟੈਂਪੂ 'ਚ? 6 ਜਣੇ ਹੈਗੇ ਸੀ, ਤਿੰਨਾਂ ਚੋਂ ਦੇ ਸੱਟਾਂ ਲੱਗੀਆਂ। ਸੱਟ ਮੇਰੇ ਵੀ ਲੱਗੀ ਆ, ਮੇਰੇ ਪਤਾ ਨਹੀਂ ਥੋੜੀ ਲੱਗੀ, ਜ਼ਿਆਦਾ ਲਿਖੀ ਬੱਖੀ 'ਚ ਬਹੁਤ ਦਰਦ ਹੋਣੀ ਭਾਈ ਮੇਰੇ ਵੀ, ਪਰ ਭਾਈ ਆ ਮੇਰੇ ਨਾਲ ਬੱਚੇ ਹੈਗੇ, ਮੈਂ ਇਹਨਾਂ ਦਾ ਕਰਕੇ ਆਇਆ ਜੀ। ਮੈਨੂੰ ਨਹੀਂ, ਇਹਨੂੰ ਆਪਣੀ ਨਹੀਂ ਭਾਈ ਮੈਨੂੰ ਹੈਗੀ। ਕਿੰਨੇ ਬੰਦੇ ਤੁਸੀਂ? ਅਸੀਂ 6 ਜਣੇ ਹੈਗੇ ਜੀ। ਤੇ ਕੰਬਾਈਨਾਂ ਫੜਿਆ? ਕੰਪੈਨ ਵਾਲਾ ਭਾਈ ਉੱਥੇ ਕੰਪੈਨ ਲੱਗੀ, ਸਾਡਾ ਬੰਦਾ ਉੱਥੇ ਖੜਾ ਕੰਪੈਨ ਵਾਲੇ ਦੇ ਲਾਗੇ। ਤੇ ਨੁਕਸਾਨ ਕਿੰਨਾ ਕੁ ਹੋਇਆ ਟੈਂਪੂ ਦਾ? ਨੁਕਸਾਨ ਭਾਈ ਟੈਂਪੂ ਦਾ ਬਚਿਆ ਨਹੀਂ ਕੁਛ ਵੀ ਹੈਗਾ ਇਹ। ਕੀ ਮੰਗ ਤੁਹਾਡੀ? ਮੰਗ ਭਾਈ ਸਾਡੀ ਇਲਾਜ ਹੋਣਾ ਜਾਣਾ ਚਾਹੀਦਾ, ਸਾਡੀ ਮੰਗ ਹੋਰ ਕੋਈ ਨਹੀਂ ਹੈਗੀ ਜੀ। ਆਏ ਕਿੱਥੋਂ ਤੁਸੀਂ ਮੱਥਾ ਟੇਕਣ? ਭਾਈ ਅਸੀਂ ਬੰਡਾਲਿਓਂ ਆਂਡੇ ਅੰਮ੍ਰਿਤਸਰ ਜ਼ਿਲ੍ਹਾ ਆਪਣਾ। ਬੰਡਾਲੇ ਤੋਂ ਆ ਰਹੇ? ਹਾਂਜੀ। ਕੀ ਨਾ ਜਿਹੜੇ ਬੰਦੇ ਤੁਹਾਡੇ ਨਾਲ ਸੀ ਸਾਰੇ? ਹਾਂਜੀ। ਨਾਮਾਂ ਦਾ ਪਤਾ ਮਾੜਾ ਮੋਟਾ? ਨਾ ਭਾਈ ਆਪਣੇ ਬੰਦੇ ਹੈਗਾ। ਦੱਸੋ। ਭਾਈ ਉਦੇ ਹੈਗਾ ਵਾ, ਚਾਨੂ ਹੈਗਾ, ਗੁਰਪ੍ਰੀਤ ਹੈਗਾ ਵਾ ਤੇ ਮੇਰਾ ਨਾਂ ਹੀ ਭਾਈ ਗੁਰਪ੍ਰੀਤ ਆ। ਇੱਕ ਦਾ ਨਾਂ ਬੀਤਾ ਵਾ, ਬਲਜੀਤ ਸਿੰਘ ਸਿੱਧਾ ਨਾਂ, ਇੱਕ ਵੰਸ਼ ਹੈਗਾ ਭਾਈ। 6 ਜਣੇ ਹੈਗੇ। ਜਾਂ ਸੱਟ ਤੇਰੇ ਲੱਗੀ ਆ? ਸੱਟ ਭਾਈ ਮੇਰੇ ਵੀ ਲੱਗੀ ਹੈ, ਪਰ ਮੇਰੇ ਨੋਰਮਲ ਜੀ ਦਰਦ ਬਹੁਤ ਹੋਣੀ, ਪਰ ਮੇਰੇ ਵੱਖੀ 'ਚ ਲੱਗੀ ਹੈ। ਓਕੇ। ਕੀ ਗੱਲਬਾਤ ਹੋਈ ਤੁਹਾਡੀ? ਹਾਂਜੀ। ਕੀ ਹੋਇਆ? ਕਿ ਤੁਹਾਨੂੰ ਮੇਰਾ ਵੀ ਕੀ ਹੋਇਆ? ਉਹ ਟੈਂਪੂ ਦੀ ਉਹ ਕੁੰਡੀ ਜਿਹੀ ਅੜ ਗਈ। ਕਿਹਦੇ ਨਾਲ? ਉਹਨੇ ਪਹਿਲਾਂ ਨਾ ਰਾਹ ਦਿੱਤਾ ਸੀ ਤੇ ਬਾਈ ਫੇਰ ਹੁਣ ਕੱਟ ਮਾਰਤਾ ਤੇ ਉਹ ਅੜ ਗਈ। ਉਹ ਅੜ ਗਈ ਆ ਜੀ, ਉਹ ਅੜ ਗਈ ਤੇ ਉਹਨੇ ਫੇਰ ਰੇਤ ਤੇ ਤੀਆ ਦੀ ਤਾਂ ਅਸੀਂ ਥੱਲੇ ਆ ਗਏ। ਕਿੰਨੇ ਜਣੇ ਜੀ? 6 ਜਣੇ। ਤੇ ਟੈਂਪੂ ਕਿੱਧਰੋਂ ਜਾ ਰਿਹਾ ਹੈ? ਟੈਂਪੂ ਭਾਈ ਅਸੀਂ ਬਾਬੇ ਬੁੱਢੇ ਸਾਹਿਬ ਗਾੜੀ ਨੂੰ ਜਾਂਦੇ ਬਾਬੇ ਬੁੱਢੇ ਸਾਹਿਬ। ਮੈਂ ਇਸੇ ਹਰਦੇਵ ਸਿੰਘ ਥਾਣਾ ਝਬਾਲ ਜੀ। ਇੱਕ ਆਪਣਾ ਬਟਾਲੇ ਤੋਂ ਟੈਂਪੂ ਆ ਰਿਹਾ ਸੀ 6-7 ਸਵਾਰੀਆਂ ਦੇ ਨਾਲ ਜੀ, ਹੈ ਤੇ ਕੋਟ ਧਰਮ ਦੇ ਲਾਗੇ ਸੜਕ ਦੇ ਉੱਤੇ ਕੰਪੈਨ ਖੜੋਤੀ ਸੀ। ਹਾਂਜੀ, ਟੇਢੇ ਕੇ ਰੁਕ ਤੇ ਖੜੋਤੀ ਸੀ। ਉਹ ਨਗਾਉਣ ਲੱਗਾ ਤੇ ਸਾਈਡ ਵੱਜੀ ਆ ਤੇ ਜਿਹੜੇ ਟੈਂਪੂ ਪਲਟ ਗਿਆ ਤੇ 5-6 ਸਵਾਰੀਆਂ ਜ਼ਖਮੀ ਹੋ ਗਈਆਂ, ਜਿਨ੍ਹਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਜੀ ਤੇ ਡਰਾਈਵਰ ਨੂੰ ਮੌਕੇ ਤੇ ਲਿਆਣ ਕੇ ਹਵਾਲਾ ਬੰਦ ਕਰ ਦਿੱਤਾ ਗਿਆ। ਕੀ ਕਾਰਵਾਈ ਕੀਤੀ ਜਾ ਰਹੀ ਹੁਣ ਅੱਗੇ? ਕਾਰਵਾਈ ਕੀਤੀ ਜਾ ਰਹੀ ਹੈ ਤੇ ਤਫਤੀਸ਼ ਚੱਲਣ ਦੀ, ਪਰਚਾ ਦਰਜ ਕਰਾਂਗੇ ਜੀ। ਗਲਤੀ ਕੰਬਾਈਨ ਦੀ ਕਿ ਟੈਂਪੂ ਦੀ? ਹਾਂਜੀ, ਗਲਤੀ ਕੰਪੈਨ ਦੀ। ਹੁਣ ਗੱਲ ਕਰਦੇ ਹਾਂ ਬੀਜੇਪੀ ਦੀ। 10 ਅਕਤੂਬਰ ਨੂੰ ਬੰਦ ਦਾ ਐਲਾਨ ਕੀਤਾ ਗਿਆ ਹੈ ਤੇ ਬੀਜੇਪੀ ਨੇ ਸਮਰਥਨ ਕਰਨ ਦਾ ਐਲਾਨ ਕਰ ਦਿੱਤਾ ਹੈ। ਪੋਸਟ ਮੈਟ੍ਰਿਕ ਸਕਾਲਰਸ਼ਿਪ ਮਾਮਲੇ ਨੂੰ ਲੈ ਕੇ 10 ਅਕਤੂਬਰ ਨੂੰ ਬੰਦ ਕੀਤਾ ਜਾ ਰਿਹਾ ਹੈ। ਬੰਦ ਨੂੰ ਸਮਰਥਨ ਕਰਨ ਦਾ ਐਲਾਨ ਭਾਜਪਾ ਦੇ ਵੱਲੋਂ ਕੀਤਾ ਗਿਆ ਹੈ। ਐਸਸੀ ਮੋਰਚੇ ਦੇ ਪ੍ਰਧਾਨ ਰਾਜਕੁਮਾਰ ਅਟਵਾਲ ਦੇ ਵੱਲੋਂ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕੀਤਾ ਗਿਆ, ਜਿਸ ਦੇ ਵਿੱਚ ਇਹ ਜਾਣਕਾਰੀ ਦਿੱਤੀ ਗਈ। ਐਸੀ ਸਮਾਜ ਇਹ ਜਿਹੜਾ 64 ਕਰੋੜ ਰੁਪਈਆ ਵਾ ਉਹ ਕਢਾ ਕੇ ਹੀ ਸਾਹ ਲੈਣਾ ਵਾ। ਭਾਰਤੀ ਜਨਤਾ ਪਾਰਟੀ ਆ ਕਿਸਾਨਾਂ ਦੀ ਹਿੱਤ ਦੀ ਪਾਰਟੀ ਆ ਤੇ ਜਿਹੜੇ ਸ਼ਰਾਰਤੀ ਅਨਸਰ ਆ, ਜਿਹੜੇ ਤੁਸੀਂ ਕਹਿੰਦੇ ਹੋ ਵੀ ਇਹ ਧਰਨੇ ਲਾਏ ਆ, ਉਹ ਸਾਡੇ ਕਿਸਾਨ ਜਿਹੜੇ ਭਰਾ ਆ ਉਹ ਸਾਡੇ ਹੱਕ 'ਚ ਆ। ਪਰ ਜਦੋਂ ਲੋਕ ਸਭਾ ਦੇ ਵਿੱਚ, ਵਿਧਾਨ ਸਭਾ ਦੇ ਵਿੱਚ ਬਿੱਲ ਪਾਸ ਹੋਇਆ, ਉਦੋਂ ਤਾਂ ਉਹਨਾਂ ਨੇ ਸਹਿਮਤੀ ਜਤਾਈ। ਭਾਰਤੀ ਜਨਤਾ ਪਾਰਟੀ ਨੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਮਾਮਲੇ ਦੇ ਵਿੱਚ 10 ਅਕਤੂਬਰ ਨੂੰ ਕੀਤੇ ਜਾ ਰਹੇ ਬੰਦ ਨੂੰ ਸਮਰਥਨ ਕਰਨ ਦਾ ਐਲਾਨ ਕੀਤਾ ਹੈ, ਜਿਸ ਨੂੰ ਲੈ ਕੇ ਪਾਰਟੀ ਦੇ ਪ੍ਰਦੇਸ਼ ਐਸਸੀ ਮੋਰਚੇ ਦੇ ਪ੍ਰਧਾਨ ਰਾਜਕੁਮਾਰ ਅਟਵਾਲ ਵੱਲੋਂ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਿਤ ਕੀਤਾ ਗਿਆ। ਦੇਖੋ ਲੁਧਿਆਣਾ ਤੋਂ ਪੱਤਰਕਾਰ ਕੁਲਬੀਰ ਰਾਹੀ ਦੀ ਰਿਪੋਰਟ। ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਆ, ਅਸੀਂ ਤੁਹਾਡੇ 'ਚ ਹਾਜ਼ਰ ਹੋਏ ਆ ਤੁਹਾਡੀ ਕਚਹਿਰੀ ਦੇ ਵਿੱਚ। ਇਹ ਮੁੱਦਾ ਲੈ ਕੇ ਸਾਧੂ ਧਰਮਸੋਤ ਜਿਹੜਾ ਵਜ਼ੀਰ ਆ ਕੈਪਟਨ ਸਰਕਾਰ ਦੇ ਵਿੱਚ, ਕੈਪਟਨ ਸਾਹਿਬ ਨੇ ਉਹਨੂੰ ਕਲੀਨ ਚਿੱਟ ਦੇ ਦਿੱਤੀ। 64 ਕਰੋੜ ਰੁਪਈਆ ਜਿਹੜਾ
ਐਸੀਆਂ ਦਾ ਉਹਨੇ ਖਾ ਲਿਆ, ਘੁਟਾਲਾ ਕਰ ਲਿਆ। ਸਾਡੇ ਬੱਚੇ ਬੱਚੀਆਂ ਦਾ ਜਿਹੜਾ ਵਜ਼ੀਫਾ ਵਾ ਉਹ ਉਹਨੇ ਖਾ ਲਿਆ ਤੇ ਉਹਨਾਂ ਨੂੰ ਸਰਟੀਫਿਕੇਟ ਨਹੀਂ ਮਿਲ ਰਹੇ। ਸਾਡੇ ਬੱਚਿਆਂ ਨਾਲ ਸ਼ੋਸ਼ਣ ਹੋ ਰਿਹਾ। ਜਦ ਵੀ ਕਾਂਗਰਸ ਸਰਕਾਰ ਪੂਰੇ ਦੇਸ਼ ਵਿੱਚ ਆਈ ਜਾਂ ਪੰਜਾਬ ਦੇ ਵਿੱਚ ਆਈ, ਇਹਨਾਂ ਨੇ ਐਸੀਆਂ ਨਾਲ ਧੋਖਾ ਕੀਤਾ। ਅਸੀਂ ਇਹ ਬਰਦਾਸ਼ਤ ਨਹੀਂ ਕਰਾਂਗੇ। ਐਸੀ ਸਮਾਜ ਇਹ ਜਿਹੜਾ 64 ਕਰੋੜ ਰੁਪਈਆ ਵਾ ਉਹ ਕਢਾ ਕੇ ਹੀ ਹਿੱਸਾ ਲੈਣਾ ਵਾ। 10 ਤਰੀਕ ਨੂੰ ਅਸੀਂ ਜਿਹੜਾ ਚੱਕਾ ਜਾਮ ਕਰ ਰਹੇ ਹਾਂ, ਸਾਡੇ ਨਾਲ ਸਮਰਥਨ ਦੇ ਵਿੱਚ ਸੰਤ ਸਮਾਜ ਹੋਰ ਵੀ ਜਥੇਬੰਦੀਆਂ ਜਿਹੜੀਆਂ ਆ ਰਹੀਆਂ ਵਾ ਤੇ 11 ਤੋਂ 1 ਵਜੇ ਤੱਕ ਅਸੀਂ ਪੂਰੇ ਪੰਜਾਬ ਦੇ ਵਿੱਚ ਜਿਹੜਾ ਚੱਕਾ ਜਾਮ ਕਰਾਂਗੇ ਤੇ ਆਉਣ ਵਾਲੇ 22 ਦੇ ਇਲੈਕਸ਼ਨ 'ਚ ਵੀ ਅਸੀਂ ਇਹਨੂੰ ਜਿਹੜਾ ਵਾ ਅਕਲ ਸਿਖਾ ਦਾਂਗੇ ਵੀ ਜਿਹੜਾ 64 ਕਰੋੜ ਰੁਪਈਆ ਸਾਡਾ ਖਾਦਾ ਬੱਚਿਆਂ ਦਾ ਉਹ ਵਾਪਸ ਕਰੋ। ਜਿਵੇਂ ਕਾਂਗਰਸ ਹੁਣ ਕਿਸਾਨ ਮੋਰਚੇ ਤੁਹਾਨੂੰ ਘੇਰ ਰਹੀ ਹੈ, ਬੀਜੇਪੀ ਹੁਣ ਇਸ ਮਾਮਲੇ ਘੇਰ ਰਹੀ, ਕਿ ਹੁਣ ਦੋਨੋਂ ਪਾਰਟੀਆਂ ਨੂੰ ਘੇਰਨ ਤੇ ਆ ਗਈਆਂ ਨੇ? ਦੇਖੋ ਜੀ, ਅਸੀਂ ਤਾਂ ਜਿਹੜਾ ਸਾਡਾ 64 ਕਰੋੜ ਰੁਪਈਆ ਨਾ ਐਸੀਆਂ ਦਾ, ਇਹ ਤਾਂ 1.5 ਮਹੀਨੇ ਤੋਂ ਲੜਾਈ ਲੜ ਰਹੇ ਆ। ਕਿਸਾਨ ਸਾਡੇ ਭਰਾ ਆ, ਅਨਾਜ ਦਾਤਾ, ਅੰਨਦਾਤਾ ਸਾਡੇ। ਉਹ ਸਾਡਾ ਜਿਹੜਾ ਭਾਰਤੀ ਜਨਤਾ ਪਾਰਟੀ ਆ ਕਿਸਾਨਾਂ ਦੀ ਹਿੱਤ ਦੀ ਪਾਰਟੀ ਆ। ਤੇ ਜਿਹੜੇ ਸ਼ਰਾਰਤੀ ਅਨਸਰ ਆ, ਜਿਹੜੇ ਤੁਸੀਂ ਕਹਿੰਦੇ ਹੋ ਵੀ ਇਹ ਧਰਨੇ ਲਾਏ ਆ, ਉਹ ਸਾਡੇ ਕਿਸਾਨ ਜਿਹੜੇ ਭਰਾ ਆ ਉਹ ਸਾਡੇ ਹੱਕ 'ਚ ਆ। ਪਰ ਜਦੋਂ ਲੋਕ ਸਭਾ ਦੇ ਵਿੱਚ, ਵਿਧਾਨ ਸਭਾ ਦੇ ਵਿੱਚ ਬਿੱਲ ਪਾਸ ਹੋਇਆ, ਉਦੋਂ ਤਾਂ ਉਹਨਾਂ ਨੇ ਸਹਿਮਤੀ ਜਤਾਈ ਤੇ ਅੱਜ ਇਹ ਕਹਿੰਦੇ ਆ ਵੀ ਉਹ ਬਿੱਲ ਤਾਂ ਸਾਡੇ ਹੱਕ ਦੀ ਗੱਲ ਨਹੀਂ। ਮੈਂ ਤੁਹਾਨੂੰ ਤੁਹਾਡੇ ਚਰਨਾਂ 'ਚ ਬੇਨਤੀ ਕਰਦਾ ਵੀ ਮੈਂ ਲੁਧਿਆਣੇ ਤੋਂ ਗੁਰਦਾਸਪੁਰ ਤੋਂ ਪਠਾਨਕੋਟ ਤੋਂ ਅੰਮ੍ਰਿਤਸਰ, ਫਿਰ ਜਲੰਧਰ ਤੇ ਫਿਰ ਲੁਧਿਆਣੇ ਆਇਆ। ਕਿਸੇ ਨੇ ਵੀ ਮੇਰੀ ਗੱਡੀ ਨਹੀਂ ਰੋਕੀ। ਆਪਾਂ ਇੱਕ ਇਹਨਾਂ ਨੇ ਹਵਾ ਬਣਾਤਾ ਵੀ ਸਾਡਾ ਘਰਾਓ ਕਰਦੇ ਪਏ। ਕਿਸੇ ਪਿੰਡ 'ਚ ਨਹੀਂ ਮੇਰਾ ਰੋਕਿਆ ਉਹਨਾਂ ਨੇ ਰਸਤਾ। ਖੇਤੀ ਆਰਡੀਨੈਂਸ ਦਾ ਵਿਰੋਧ ਜਿੱਥੇ ਹਰ ਪਾਸੇ ਹੋ ਰਿਹਾ ਹੈ, ਉੱਥੇ ਹੀ ਸੁਖਪਾਲ ਖਹਿਰਾ ਨੇ ਵੱਡਾ ਬਿਆਨ ਦੇ ਦਿੱਤਾ ਹੈ। ਆਰਡੀਨੈਂਸ ਦੇ ਖਿਲਾਫ ਹਰੀਕੇ ਪਤਨ ਪਹੁੰਚੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਕਾਂਗਰਸ, ਅਕਾਲੀ ਦਲ, ਬਾਦਲ ਤੇ ਆਪ ਨੂੰ ਖਰੀਆਂ ਸੁਣਾਈਆਂ ਤੇ ਕਿਹਾ ਕਿ ਇਹ ਕਾਨੂੰਨ ਅਜਿਹੇ ਕਾਨੂੰਨ ਨੇ ਜੋ ਕਿ ਲੋਕਾਂ ਨੂੰ ਮਾਰਨ ਵਾਲੇ ਨੇ। ਉਹਨਾਂ ਨੇ ਕਿਹਾ ਕਿ ਲੋਕਾਂ ਨੂੰ ਮਾਰਨ ਵਾਲੇ ਸਾਰੇ ਹੀ ਕਾਨੂੰਨ ਨੇ। ਜੇ ਸਰਕਾਰਾਂ ਉਹਨਾਂ ਦੇ ਨਾਲ ਧੱਕਾ ਕਰੇਗੀ, ਫਰਜ਼ ਕਰੋ ਕੱਲ ਨੂੰ ਕਿਸਾਨਾਂ ਤੇ ਕੋਈ ਗੋਲੀ ਚਲਾਉਂਦੇ ਨੇ, ਕੋਈ ਲਾਠੀਆਂ ਮਾਰਦੇ ਨੇ ਜਾਂ ਹੋਰ ਤਸ਼ੱਦਦ ਕਰਦੇ ਨੇ, ਜਿੱਦਾਂ ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਮੋਰਚੇ ਤੇ ਕੀਤਾ, ਤਾਂ ਫਿਰ ਮੈਂ ਕਹਿਣਾ ਚਾਹੁੰਦਾ ਵਾਂ ਕਿ ਕੇਂਦਰ ਦੀ ਸਰਕਾਰ ਜ਼ਿੰਮੇਵਾਰ ਹੋਵੇਗੀ। ਅਗਰ ਪੰਜਾਬ 80 ਦੇ ਦਹਾਕੇ ਦੇ ਉਸ ਯੁੱਗ ਵਿੱਚ, ਕਾਲੇ ਯੁੱਗ ਵਿੱਚ ਧੱਕਿਆ ਗਿਆ। ਕਿਸਾਨ ਵਿਰੋਧੀ ਕਾਨੂੰਨ ਦੇ ਖਿਲਾਫ ਹਰੀਕੇ ਪਤਨ ਵਿਖੇ ਸਰਤਾਜ ਸਿੰਘ ਸੰਧੂ ਦੀ ਅਗਵਾਈ ਹੇਠ ਦਾਣਾ ਮੰਡੀ ਦੇ ਬਾਹਰ ਰੋਸ ਧਰਨਾ ਦਿੱਤਾ ਗਿਆ, ਜਿਸ ਦੇ ਵਿੱਚ ਵਿਸ਼ੇਸ਼ ਤੌਰ ਤੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਪੁੱਜੇ। ਉਹਨਾਂ ਨੇ ਇਕੱਠ ਨੂੰ ਸੰਬੋਧਨ ਕਰਦੇ ਕਿਹਾ ਕਿ ਕਾਨੂੰਨ ਉਹ ਬਣਾਏ ਜਾਣ ਜਿਹੜੇ ਲੋਕਾਂ ਨੂੰ ਮਨਜ਼ੂਰ ਹੋਣ। ਪਰ ਬੜੀ ਹੈਰਾਨੀ ਵਾਲੀ ਗੱਲ ਆ, ਕਾਨੂੰਨ ਉਹ ਬਣਾਏ ਜਾ ਰਹੇ ਨੇ ਜਿਹੜੇ ਲੋਕਾਂ ਨੂੰ ਮਨਜ਼ੂਰ ਨਹੀਂ ਨੇ ਤੇ ਲੋਕ ਮਾਰੂਗੇ। ਦੇਖੋ ਤਰਨਤਾਰਨ ਤੋਂ ਪਵਨ ਕੁਮਾਰ ਦੀ ਰਿਪੋਰਟ। ਕਾਨੂੰਨ ਵਾਪਸ ਨਹੀਂ ਲੈ ਰਹੇ, ਫਿਰ ਕੀ ਬੜੇ ਅਫਸੋਸ ਦੀ ਗੱਲ ਆ ਕਿ ਜਮਹੂਰੀਅਤ ਦਾ ਸਭ ਤੋਂ ਵੱਡਾ ਅਸੂਲ ਇਹੀ ਆ ਕਿ ਉਹ ਕਾਨੂੰਨ ਬਣਾਏ ਜਾਣ ਜਿਹੜੇ ਲੋਕਾਂ ਨੂੰ ਪ੍ਰਵਾਨ ਹੋਣ। ਪੰਜਾਬ ਦੇ ਬੱਚੇ ਨੇ ਇਸ ਦਾ ਵਿਰੋਧ ਕਰ ਦਿੱਤਾ, ਸਾਰੇ ਧਰਮਾਂ ਨੇ ਕਰਤਾ, ਸਾਰੇ ਵਰਗਾਂ ਨੇ ਕਰਤਾ, ਕਿਸਾਨਾਂ ਨੇ, ਮਜ਼ਦੂਰਾਂ ਨੇ, ਵਪਾਰੀਆਂ ਨੇ। ਜੇ ਮੋਦੀ ਸਾਹਿਬ ਹਲੇ ਵੀ ਬਜਿੱਦ ਨੇ ਕਿ ਅਸੀਂ ਕਾਨੂੰਨ ਲਾਗੂ ਕਰਨਾ, ਫਿਰ ਮੈਂ ਸਮਝਦਾ ਕਿ ਉਹ ਪੰਜਾਬ ਨੂੰ ਇੱਕ ਮਿੱਥ ਕੇ ਨੀਤੀ ਦੇ ਤਹਿਤ ਕੁਚਲਣਾ ਚਾਹੁੰਦੇ ਨੇ, ਸਾਡੀ ਆਰਥਿਕਤਾ ਨੂੰ। ਵਰਨਾ ਕੋਈ ਵੀ ਦੇਸ਼ ਦੀ ਸਰਕਾਰ ਆਪਣੇ ਲੋਕਾਂ ਦੇ ਵਿਰੋਧ ਦੇ ਖਿਲਾਫ ਇਦਾਂ ਦੇ ਕਾਨੂੰਨ ਕਾਲੇ ਨਹੀਂ ਲਾਗੂ ਕਰੇਗੀ। ਔਰ ਅਸੀਂ ਤਾਂ ਉਹਨਾਂ ਨੂੰ ਇੱਕ ਰਾਹ ਵੀ ਦਿੱਤਾ ਸੀਗਾ, ਔਰ ਮੈਂ ਚਿੱਠੀ ਵੀ ਪੱਤਰ ਵੀ ਲਿਖਿਆ ਪ੍ਰਾਈਮ ਮਿਨਿਸਟਰ ਸਾਹਿਬ ਨੂੰ ਕਿ ਅੱਜ ਵੀ ਦੇਸ਼ ਵਿੱਚ 10 ਸੂਬੇ ਨੇ, ਗੁਜਰਾਤ ਸਮੇਤ, ਮਹਾਰਾਸ਼ਟਰ ਸਮੇਤ, ਆਰਟੀਕਲ 371 ਦੇ ਤਹਿਤ ਉਹਨਾਂ ਨੂੰ ਛੋਟ ਹੈ ਕਈ ਕਾਨੂੰਨਾਂ ਤੋਂ। ਜਿਹੜੇ ਕਾਨੂੰਨ ਉਹ ਸਮਝਦੇ ਕਿ ਸਾਡੇ ਤੇ ਧੱਕੇ ਨਾਲ ਲਾਗੂ ਨਾ ਕੀਤੇ ਜਾਣ। ਜਿੱਦਾਂ ਸਾਲ ਪਹਿਲਾਂ ਆਰਟੀਕਲ 370 ਕਨਸਟੀਟਿਊਸ਼ਨ ਦਾ ਜੰਮੂ ਕਸ਼ਮੀਰ ਨੂੰ ਛੋਟ ਦਿੰਦਾ ਸੀ ਦੇਸ਼ ਦੇ ਕਾਨੂੰਨਾਂ ਤੋਂ, ਇੱਦਾਂ ਅੱਜ ਵੀ 10 ਸੂਬੇ ਛੋਟ ਆ। ਤੇ ਮੈਂ ਤਾਂ ਸਿਰਫ ਇਹ ਮੰਗ ਕੀਤੀ ਕਿ ਜੇ ਤੁਹਾਨੂੰ ਲੱਗਦਾ ਕਿ ਇਹ ਕਾਨੂੰਨ ਬਹੁਤ ਚੰਗੇ ਕਿਸਾਨਾਂ ਲਈ, ਜਿਹੜੇ ਸੂਬੇ ਇਹਨਾਂ ਨੂੰ ਪ੍ਰਵਾਨ ਕਰਦੇ, ਤੁਸੀਂ ਉਹਨਾਂ ਤੇ ਲਾਗੂ ਕਰ ਦਿਓ। ਆਰਟੀਕਲ 371 ਆਫ ਦਾ ਕਨਸਟੀਟਿਊਸ਼ਨ ਦੇ ਤਹਿਤ ਸਾਨੂੰ ਪੰਜਾਬ ਨੂੰ ਤੁਸੀਂ ਛੱਡ ਦਿਓ, ਇਹਨੂੰ ਐਗਜ਼ੈਂਪਟ ਕਰ ਦਿਓ।
ਇਹਨੂੰ ਐਕਸਕਲੂਡ ਕਰ ਦਿਓ। ਇਹਦੇ ਵਿੱਚ ਇਹ ਧੱਕੇ ਨਾਲ ਕਾਨੂੰਨ ਲਾਗੂ ਨਾ ਕਰੋ, ਕਿਉਂਕਿ ਮੈਂ ਦੇਖ ਰਿਹਾ ਵਾਂ ਕਿ ਜਿਸ ਢੰਗ ਦੇ ਨਾਲ ਵਿਰੋਧ ਹੋ ਰਿਹਾ, ਅਗਰ ਸਰਕਾਰਾਂ ਕੇਂਦਰ ਦੀਆਂ ਇਦਾਂ ਹੀ ਬਜਿੱਦ ਰਹੀਆਂ, ਇਹ ਮੇਰੀ ਗੱਲ ਯਾਦ ਰੱਖਣਾ ਕਿ ਇਹ ਗੱਲ 1980 ਦੇ ਦਹਾਕੇ ਵਿੱਚ ਜਿਹੜਾ ਇੱਕ ਮਿਲੀਟੈਂਸੀ ਦਾ ਦੌਰ ਆਇਆ ਸੀ ਨਾ, ਇਹ ਉਧਰ ਨੂੰ ਗੱਲ ਜਾ ਰਹੀ ਆ। ਹਲੇ ਤੱਕ ਤਾਂ ਲੋਕ ਹੈਗੇ ਸ਼ਾਂਤਮਈ। ਜੇ ਸਰਕਾਰਾਂ ਉਹਨਾਂ ਦੇ ਨਾਲ ਧੱਕਾ ਕਰੇਗੀ, ਫਰਜ਼ ਕਰੋ ਕੱਲ ਨੂੰ ਕਿਸਾਨਾਂ ਤੇ ਕੋਈ ਗੋਲੀ ਚਲਾਉਂਦੇ ਨੇ, ਕੋਈ ਲਾਠੀਆਂ ਮਾਰਦੇ ਨੇ ਜਾਂ ਹੋਰ ਤਸ਼ੱਦਦ ਕਰਦੇ ਨੇ ਜਿੱਦਾਂ ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਮੋਰਚੇ ਤੇ ਕੀਤਾ, ਤਾਂ ਫਿਰ ਮੈਂ ਕਹਿਣਾ ਚਾਹੁੰਦਾ ਵਾਂ ਕਿ ਕੇਂਦਰ ਦੀ ਸਰਕਾਰ ਜ਼ਿੰਮੇਵਾਰ ਹੋਵੇਗੀ। ਅਗਰ ਪੰਜਾਬ 80 ਦੇ ਦਹਾਕੇ ਦੇ ਉਸ ਯੁੱਗ ਵਿੱਚ, ਕਾਲੇ ਯੁੱਗ ਵਿੱਚ ਧੱਕਿਆ ਗਿਆ, ਕਿਉਂਕਿ ਜਦੋਂ ਤੁਸੀਂ ਪੰਜਾਬ ਦੇ ਨਾਲ ਮਿੱਥ ਕੇ ਨੀਤੀਆਂ ਖਿਲਾਫ ਬਣਾਓਗੇ, ਸਾਡੇ ਪਾਣੀ ਖੋਏ ਨੇ, ਸਾਡੇ ਦਰਬਾਰ ਸਾਹਿਬ ਤੇ ਹਮਲਾ 84 ਦੇ ਅੱਜ ਤੱਕ ਸਿੱਖ ਕਤਲੇਆਮ ਦਾ ਕੋਈ 34-35 ਸਾਲ ਤੋਂ ਇਨਸਾਫ ਨਾ ਹੋਣਾ, ਇਹ ਸਾਨੂੰ ਐਂ ਜਾਪਦਾ ਵਾ ਕਿ ਜਿੱਦਾਂ ਸਰਕਾਰਾਂ ਦਿੱਲੀ ਵਿੱਚ ਪਾਏ ਕਿਸੇ ਦੀ ਹੋਵੇ, ਉਹ ਹਰ ਉਹਨਾਂ ਦੀ ਅੱਖ ਜਿਹੜੀ ਆ ਪੰਜਾਬ ਤੇ ਆ ਕਿ ਕਿਸੇ ਤਰੀਕੇ ਨਾਲ ਇਹਨੂੰ ਕੁਚਲਿਆ ਜਾਵੇ, ਆਰਥਿਕ ਤੌਰ ਤੇ, ਸਮਾਜਿਕ ਤੌਰ ਤੇ, ਧਾਰਮਿਕ ਤੌਰ ਤੇ ਔਰ ਸਿਆਸੀ ਤੌਰ ਤੇ। ਔਰ ਮੇਰੀ ਕੈਪਟਨ ਅਮਰਿੰਦਰ ਸਿੰਘ ਤੋਂ ਇਹ ਮੰਗ ਆ ਕਿ ਤੁਸੀਂ ਲੇਟ ਕਿਉਂ ਕਰ ਰਹੇ ਹੋ? ਕਿਸਾਨ ਜਥੇਬੰਦੀਆਂ ਨਾਲ ਤੁਸੀਂ ਵਾਅਦਾ ਕੀਤਾ, ਪੰਜਾਬ ਦੀ ਵਿਧਾਨ ਸਭਾ ਦਾ ਸੈਸ਼ਨ ਬੁਲਾਓ ਔਰ ਇੱਕ ਆਰ-ਪਾਰ ਦੀ ਲੜਾਈ ਦਾ ਐਲਾਨ ਕਰੋ। ਇਹਨਾਂ ਕਾਲੇ ਕਾਨੂੰਨਾਂ ਨੂੰ ਮੁੱਢੋਂ ਪੰਜਾਬ ਦੀ ਵਿਧਾਨ ਸਭਾ ਵਿੱਚ ਰੱਦ ਕਰਕੇ ਤੇ ਕੂੜੇ ਦੇ ਜਿਹੜਾ ਹੈ ਉਹਦੇ ਵਿੱਚ ਸੁੱਟ ਦਿੱਤੇ ਜਾਣ ਤੇ ਲੰਬੀ ਲੜਾਈ ਵਾਸਤੇ ਤਿਆਰੀ ਕੀਤੀ ਜਾਵੇ। ਇਹ ਤੋਂ ਇਲਾਵਾ ਆਪਣੇ ਕੋਲ ਕੋਈ ਹੋਰ ਹੱਲ ਨਹੀਂ। ਅਕਾਲੀ ਦਲ ਵੱਲੋਂ ਇੱਕ ਟਰੈਕਟਰ ਰੈਲੀ ਕੀਤੀ ਗਈ ਸੀ ਅੰਮ੍ਰਿਤਸਰ ਤੋਂ, ਜੋ ਗਵਰਨਰ ਗਏ ਸੀ। ਕਾਂਗਰਸ ਪਾਰਟੀ ਵੱਲੋਂ ਵੀ ਰੈਲੀ ਕੀਤੀ, ਰਾਹੁਲ ਗਾਂਧੀ ਆਇਆ ਸੀ। ਮੇਰਾ ਇਹ ਮੰਨਣਾ ਕਿ ਪੋਲੀਟੀਕਲ ਪਾਰਟੀਆਂ ਵੋਟ ਦੀ ਰਾਜਨੀਤੀ ਕਰ ਰਹੀਆਂ ਅੱਜ ਦੇ ਇਸ ਐਡੇ ਅਹਿਮ ਮਸਲੇ ਦੇ ਉੱਤੇ। ਅਸੂਲਨ ਤਾਂ ਇਹ ਚਾਹੀਦਾ ਕਿ ਅਸੀਂ ਸਾਰੇ ਆਪਣੇ ਆਪਣੇ ਝੰਡੇ ਛੱਡ ਕੇ ਕਿਸਾਨਾਂ ਦੇ ਹਰੇ ਝੰਡੇ ਤੇ ਰੋਸ ਦੇ ਕਾਲੇ ਝੰਡੇ ਚੱਕ ਕੇ ਇਸ ਸੰਘਰਸ਼ ਨੂੰ ਹੋਰ ਅੱਗੇ ਵਧਾਈਏ। ਲੇਕਿਨ ਜਿਹੜਾ ਅਕਾਲੀਆਂ ਨੇ ਰੋਸ ਮਾਰਚ ਕੱਟਿਆ, ਉਹ ਮੈਂ ਕਹਿੰਦਾ ਇੱਕ ਦਿਖਾਵਾ ਸੀਗਾ। ਉਹਦੇ ਵਿੱਚ 50 ਲੱਖ ਤੋਂ ਥੱਲੇ ਤਾਂ ਕੋਈ ਗੱਡੀ ਨਹੀਂ ਸੀਗੀ ਸੁਖਬੀਰ ਸਿੰਘ ਬਾਦਲ ਦੇ ਰੋਸ ਮਾਰਚ ਵਿੱਚ। ਔਰ ਲੈ ਕੇ ਕਿੱਥੇ ਜਾਂਦੇ ਨੇ? ਗਵਰਨਰ ਪੰਜਾਬ। ਗਵਰਨਰ ਕੌਣ ਹੈ? ਇੱਕ ਏਜੰਟ ਹੈ ਦਿੱਲੀ ਸਰਕਾਰ ਦਾ। ਜਦੋਂ ਤੁਸੀਂ ਰਾਸ਼ਟਰਪਤੀ ਨੂੰ ਮਿਲਿਆ ਹੈ, ਜਦੋਂ ਤੁਸੀਂ ਪਾਰਲੀਮੈਂਟ ਵਿੱਚ ਆਪਣੀ ਦਲੀਲ ਦੇਤੀ, ਪੰਜਾਬ ਦਾ ਗਵਰਨਰ ਉਹਦੇ ਤੋਂ ਵੱਡਾ ਤਾਂ ਨਹੀਂਗਾ, ਇਸ ਲਈ ਇਹ ਦਿਖਾਵਾ ਸੀਗਾ। ਰਾਹੁਲ ਗਾਂਧੀ ਦਾ ਜਿਹੜਾ ਪੰਜਾਬ 'ਚ ਆਉਣਾ ਆਪਣੇ ਆਪ ਵਿੱਚ ਇੱਕ ਮਜ਼ਾਕ ਆ, ਕਿਉਂਕਿ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਹੈ। ਉਹ ਕਿਹਦੇ ਖਿਲਾਫ ਰੋਸ ਦਰਜ ਕਰਾਉਣਾ ਚਾਹੁੰਦੇ ਸੀਗੇ? ਅਗਰ ਵਾਕਈ ਕਾਂਗਰਸ ਨੂੰ ਰੋਸ ਆ ਤੇ ਰਾਹੁਲ ਗਾਂਧੀ ਨੂੰ ਇੱਕ ਮੂਵਮੈਂਟ ਲੀਡ ਕਰਨੀ ਚਾਹੀਦੀ, ਪਾਰਲੀਮੈਂਟ ਦੇ ਬਾਹਰ ਜਾ ਕੇ ਜਾਂ ਪ੍ਰਾਈਮ ਮਿਨਿਸਟਰ ਦੇ ਰਹਿائش ਦੇ ਬਾਹਰ ਜਾ ਕੇ ਇੱਕ ਧਰਨਾ ਦੇਣਾ ਚਾਹੀਦਾ, ਜਿਹਦੇ ਨਾਲ ਪੰਜਾਬ ਦਾ ਜਿਹੜਾ ਰੋਸ ਹੈ ਉਹ ਉੱਥੇ ਤੱਕ ਪਹੁੰਚਾਇਆ ਜਾ ਸਕੇ। ਮੇਰੀ ਨਿਗਾਹ ਵਿੱਚ ਅੱਜ ਦੀ ਡੇਟ ਵਿੱਚ ਸਾਰੀਆਂ ਪੋਲੀਟੀਕਲ ਪਾਰਟੀਆਂ ਇਨਕਲੂਡਿੰਗ ਝਾੜੂ ਉਹ ਇੱਕ ਰਾਜਨੀਤੀ ਟਾਈਪ ਕਰ ਰਹੇ ਨੇ ਤੇ ਅਸਲ ਸੰਘਰਸ਼ ਨੂੰ ਕਿਤੇ ਨਾ ਕਿਤੇ ਉਹ ਚਾਹੁੰਦੇ ਨਹੀਂਗੇ ਕਿ ਕਿਸਾਨ ਕਾਮਯਾਬ ਹੋ ਜਾਣ। ਸਾਡੀਆਂ ਅਰਦਾਸਾਂ ਕਿਸਾਨ ਜਥੇਬੰਦੀਆਂ ਨਾਲ ਆ ਔਰ 100% ਸਮੇਤ ਉਹਨਾਂ ਦੇ ਨਾਲ ਹੈ। ਬੀਬੀ ਹਰਸਿਮਰਤ ਕੌਰ ਬਾਦਲ ਨੇ ਅਸਤੀਫਾ ਦਿੱਤਾ, ਕਹਿੰਦੇ ਵੀ ਅਕਾਲੀ ਦਲ ਦੀ ਕਿਸਾਨਾਂ ਦੀ ਮੰਗ। ਦੇਖੋ, ਮੈਂ ਕਹਿ ਚੁੱਕਾ ਨਾ ਕਿ ਅਕਾਲੀ ਦਲ ਦਾ ਜਿਹੜਾ ਕਦਮ ਹੈ, ਜਿਹੜਾ ਬਾਦਲ ਦੇ ਦਲ ਦਾ, ਬਾਦਲ ਦੇ ਪਰਿਵਾਰ ਦਾ, ਇਹਦਾ ਕੋਈ ਇਫੈਕਟ ਨਹੀਂ ਪੰਜਾਬ ਦੇ ਲੋਕਾਂ ਨੂੰ। ਉਹਨਾਂ ਨੂੰ ਪਤਾ ਵਾ ਕਿ ਸਭ ਕੁਝ ਡਰਾਮੇਬਾਜ਼ੀ ਹੋ ਰਹੀ ਆ, ਚਾਹੇ ਉਹ ਰੋਸ ਮਾਰਚ ਆ ਤੇ ਚਾਹੇ ਉਹ ਅਸਤੀਫਾ ਵਾ ਤੇ ਚਾਹੇ ਉਹ ਗੱਠਜੋੜ ਆ। 3-4 ਮਹੀਨੇ ਤਾਂ ਪਹਿਲਾਂ ਵਜ਼ਾਹਤ ਕਰਦੇ ਰਹੇ ਨਾ ਆਰਡੀਨੈਂਸਾਂ ਦੀ, ਲੋਕਾਂ ਦੇ ਜਾ ਕੇ ਇਹਨਾਂ ਨੂੰ ਮਨਾਉਂਦੇ ਲਏ ਨੇ। ਇਸ ਕਰਕੇ ਉਹਨਾਂ ਦਾ ਕੋਈ ਇਫੈਕਟ ਪੰਜਾਬ ਦੇ ਆਮ ਜਨਤਾ ਦੇ ਉੱਤੇ ਨਹੀਂਗਾ, ਬਲਕਿ ਅਕਾਲੀ ਦਲ ਮੈਂ ਸਮਝਦਾ ਵਾਂ ਅੱਜ ਦੀ ਡੇਟ ਵਿੱਚ ਇੱਕ ਕਾਰਪੋਰੇਟ ਅਕਾਲੀ ਦਲ ਹੈ। ਸੁਖਬੀਰ ਸਿੰਘ ਬਾਦਲ, ਅੰਬਾਨੀ, ਅਡਾਨੀ ਨੂੰ ਕਾਰਪੋਰੇਟ ਤਾਂ ਕਹਿੰਦੇ ਨੇ, ਆਪਣੇ ਨਾਲ ਝਾਤ ਮਾਰ ਲੈਣ। ਇਹਨਾਂ ਦੇ ਹਜ਼ਾਰਾਂ ਕਰੋੜਾਂ ਰੁਪਏ ਦੇ ਵਪਾਰ ਨੇ, ਆਪਣੇ ਪਰਸਨਲ 에ਅਰਕ੍ਰਾਫਟ ਜਹਾਜ਼ ਨੇ, ਇਹ ਦੂਜੇ ਨੂੰ ਕਾਰਪੋਰੇਟ ਕਿੱਦਾਂ ਕਹਿ ਸਕਦੇ? ਇਹ ਕਾਰਪੋਰੇਟ ਅਕਾਲੀ ਦਲ ਹੈ, ਇਹ ਪੁਰਾਣਾ ਅਕਾਲੀ ਦਲ ਹੈ ਹੀ ਨਹੀਂਗਾ ਸਾਡਾ। ਜਥੇਬੰਦੀਆਂ ਨੇ ਲੱਖੋਵਾਲ ਨੂੰ ਬਾਹਰ ਕਰ ਦਿੱਤਾ, ਉਹਦੇ ਬਾਰੇ ਤੁਹਾਡੇ ਕੀ? ਮੇਰਾ ਖਿਆਲ ਹੈ ਕਿ ਕਿਸਾਨ ਜਥੇਬੰਦੀਆਂ ਨੇ ਠੀਕ ਫੈਸਲਾ ਲਿਆ ਵਾ, ਕਿਉਂਕਿ ਲੱਖੋਵਾਲ ਦਾ ਆਪਾਂ ਅਗਰ ਦੇਖੀਏ ਥੋੜਾ ਜਿਹਾ ਉਹਨਾਂ ਦਾ ਜਿਹੜਾ ਕਾਰਜਸ਼ੈਲੀ, ਪਹਿਲਾਂ 10 ਸਾਲ ਤੋਂ ਬਾਦਲ ਦੇ ਨਾਲ ਮੰਡੀ ਬੋਰਡ ਦੇ ਚੇਅਰਮੈਨ ਬਣੇ ਰਹੇ ਨੇ, ਪੂਰਾ ਗੱਡੀ ਮੋਟਰ ਹੰਡਾਈ ਆ। ਚਲੋ ਜੇ ਹਲੇ ਵੀ ਕਿਸਾਨਾਂ ਨੇ ਉਹਨਾਂ ਨੂੰ ਨਾਲ ਲਾ ਲਿਆ ਸੀ, ਫਿਰ ਉਹਨਾਂ ਨੂੰ ਇਹਨਾਂ ਦੀ ਬਗੈਰ ਆਗਿਆ ਤੋਂ ਸੁਪਰੀਮ ਕੋਰਟ ਵਿੱਚ ਕੋਈ ਢਿੱਲੀ ਮੱਠੀ ਪਟੀਸ਼ਨ ਨਹੀਂ ਦਾਇਰ ਕਰਨੀ ਚਾਹੀਦੀ, ਕਿਉਂਕਿ ਕੱਲ ਨੂੰ ਫਰਜ਼ ਕਰੋ ਸੁਪਰੀਮ ਕੋਰਟ ਵਿੱਚ ਕੋਈ ਬਿਨਾਂ ਕਿਸੇ ਤੱਥਾਂ ਤੋਂ ਕੋਈ ਇਦਾਂ ਦੀ ਪਟੀਸ਼ਨ ਦਾਇਰ ਕਰਤੀ ਜਿਹੜੀ ਉੱਥੋਂ ਵੀ ਭੁਆ ਕੇ ਉਹਨਾਂ ਨੇ ਮਾਰਤੀ, ਤੇ ਫਿਰ ਸਾਡੇ ਕੋਲ ਹੋਰ ਕੋਈ ਬਹੁਤੀਆਂ ਆਪਸ਼ਨਸ ਹੈ ਨਹੀਂਗੀਆਂ। ਇਸ ਲਈ ਲੱਖੋਵਾਲ ਆਈ ਥਿੰਕ ਜਿਹੜੇ ਨੇ ਉਹਨਾਂ ਨੂੰ ਸ਼ੰਭੂ ਮੋਰਚੇ ਦੇ ਉੱਤੇ ਜਾਣਾ ਚਾਹੀਦਾ, ਉਹਦੇ ਬਾਰੇ ਤੁਹਾਡੇ ਕੀ ਵਿਚਾਰ? ਅਸੀਂ ਉਹਨਾਂ ਦੇ ਹਰ ਸੰਘਰਸ਼ ਵਿੱਚ 25 ਤਰੀਕ ਦਾ ਜਿਹੜਾ ਬੰਦ ਸੀਗਾ, ਮੈਂ ਨਡਾਲੇ ਆਪਣੇ ਹਲਕੇ ਦੇ ਵਿੱਚ ਉਹਨਾਂ ਦੇ ਇਕੱਠ ਵਿੱਚ ਜਾ ਕੇ ਪੂਰਾ ਕੰਮ ਕੀਤਾ। ਮੈਂ ਹਰ ਪ੍ਰੋਗਰਾਮ ਵਿੱਚ ਜਾਣ ਲਈ ਤਿਆਰ ਹਾਂ, ਪਰ ਮੈਨੂੰ ਇਹ ਹਾਲੇ ਮੈਂ ਐਂ ਜਾਪ ਰਿਹਾ ਜਿੱਦਾਂ ਕਿ ਇਹ ਜਿਹੜੇ ਥੋੜੇ ਕਲਾਕਾਰ ਨੇ, ਇਹਨਾਂ ਵਿੱਚ ਥੋੜਾ ਆਪਸ ਵਿੱਚ ਡਿਫਰੈਂਸਿਸ ਨੇ। ਮੈਂ ਉਹਨਾਂ ਨੂੰ ਵੀ ਅਪੀਲ ਕਰਦਾ ਕਿ ਤੁਸੀਂ ਸਾਡੇ ਸਤਿਕਾਰਯੋਗ ਨੌਜਵਾਨ ਹੋ, ਤੁਸੀਂ ਬੜੇ ਲੋਕਪ੍ਰਿਯ ਸਾਡੇ ਆਰਟਿਸਟ ਹੋ, ਇੱਕ ਥਾਂ ਇਕੱਠੇ ਹੋ ਜਾਓ। ਜੇ ਕੋਈ ਛੋਟੇ ਮੋਟੇ ਆਪਣੇ ਡਿਫਰੈਂਸਿਸ ਉਹਨੂੰ ਖਤਮ ਕਰ ਦਿਓ, ਵਰਨਾ ਲੋਕ ਕਹਿਣਗੇ ਕਿ ਪੋਲੀਟੀਕਲ ਪਾਰਟੀਆਂ ਵਾਂਗੂ ਤੁਸੀਂ ਵੀ ਆਪਸ ਵਿੱਚ ਰਾਜਨੀਤੀ ਕਰ ਰਹੇ ਹੋ। ਇਸ ਲਈ ਜਿੱਦਣ ਉਹ ਇਕੱਠੇ ਹੋ ਜਾਣਗੇ, ਜਿੱਥੇ ਕਾਲ ਦੇਣਗੇ, 100% ਉਹਨਾਂ ਦੀ ਸਪੋਰਟ ਕਰਾਂਗੇ। ਪੋਲੀਟੀਕਲੀ ਤੁਸੀਂ ਕਦੋਂ ਐਲਾਨ ਕਰਨ ਜਾ ਰਹੇ ਹੋ? ਕਿ ਤੁਸੀਂ ਇੱਕ ਵਾਰੀ ਆਪਣੇ ਪ੍ਰੈਸ ਨੋਟ ਦੇ ਵਿੱਚ ਕਿਹਾ ਕਿ ਅਸੀਂ ਆਪਣੀ ਆਕੜ ਛੱਡ ਕੇ ਪਿੱਛੇ ਆ ਕੇ ਲੀਡਰ ਅੱਗੇ ਲਾਉਣਾ ਚਾਹੁੰਦੇ ਹਾਂ, ਜਿਹੜਾ ਪੰਜਾਬ ਦਾ ਅਗਵਾਈ ਕਰੇ। ਤੁਸੀਂ ਇੱਕ ਪਾਰਟੀ ਦਾ ਕਦੋਂ ਐਲਾਨ ਕਰਨ ਜਾ ਰਹੇ ਹੋ? ਉਹ ਅਰਸੇ ਦੀ ਅਸੀਂ ਸਾਡੀ ਕੋਸ਼ਿਸ਼ ਆ,
ਕਿਉਂਕਿ ਅੱਜ ਤੁਸੀਂ ਦੇਖੋਗੇ ਕਿ ਪੰਜਾਬ ਲੀਡਰਲੈਸ ਹੋ ਗਿਆ ਵਾ। ਪੰਜਾਬ ਦੇ ਕੋਲ ਅਗਵਾਈ ਕਰਨ ਵਾਲੇ ਕੋਈ ਚੰਗੇ ਬੰਦੇ ਨਹੀਂਗੇ। ਕਾਂਗਰਸ ਵੀ ਫੇਲ ਆ, ਅਕਾਲੀ ਦਲ ਵੀ ਫੇਲ ਆ, ਆਮ ਆਦਮੀ ਪਾਰਟੀ ਲੋਕਾਂ ਨੇ ਪਛਾਣ ਲਿਆ ਕਿ ਦਿੱਲੀੋਂ ਚੱਲਦੀ ਆ। ਔਰ ਕੇਜਰੀਵਾਲ ਨੇ ਕਿਸਾਨਾਂ ਦੇ ਹੱਕ ਵਿੱਚ ਉੱਥੇ ਕੋਈ ਮੋਰਚਾ ਲਾਉਣ ਦੀ ਕੋਸ਼ਿਸ਼ ਨਹੀਂ ਕੀਤੀ, ਕੋਈ ਵਿਰੋਧ ਨਹੀਂ ਕੀਤਾ। ਮੁਸਲਮਾਨਾਂ ਦੀ ਉੱਥੇ ਹੱਤਿਆ ਕੀਤੀ, ਦੰਗੇ ਹੋਏ ਦਿੱਲੀ 'ਚ, ਉਹਦੇ 'ਚ ਉਹਨਾਂ ਦੀ ਕੋਈ ਹਿਫਾਜ਼ਤ ਨਹੀਂ ਕੀਤੀ। ਇਸ ਲਈ ਉਹਨਾਂ ਨੂੰ ਇਹਨਾਂ ਦਾ ਵੀ ਜਿਹੜਾ ਚਿਹਰਾ ਵਾ ਉਹ ਬੇਨਕਾਬ ਹੋਇਆ ਵਾ। ਅੱਜ ਪੰਜਾਬ ਦੇ ਲੋਕ ਇੱਕ ਖੇਤਰੀ ਪਾਰਟੀ ਦੀ ਉਮੀਦ ਰੱਖਦੇ ਆ, ਜਿਹੜੇ ਲੋਕ ਇੱਥੋਂ ਦੇ ਹਿੰਮਤ ਰੱਖਣ ਕਿ ਫੈਸਲਾ ਇੱਥੇ ਦੀ ਧਰਤੀ ਤੇ ਕੀਤਾ ਜਾਵੇ। ਉਹਦੇ 'ਚ ਬਹੁਤ ਚੰਗੇ ਨਾਮ ਨੇ, ਮੈਂ ਸਾਰਿਆਂ ਦਾ ਹੁਣ ਖੁਲਾਸਾ ਨਹੀਂ ਕਰ ਸਕਦਾ। ਕੁਝ ਗੈਰ ਰਸਮੀ ਸਾਡੀਆਂ ਮੀਟਿੰਗਾਂ ਹੋਈਆਂ ਨੇ। ਆਉਣ ਵਾਲੇ ਦਿਨਾਂ 'ਚ ਅਸੀਂ ਕੋਸ਼ਿਸ਼ ਕਰਾਂਗੇ ਕਿ ਅਸੀਂ ਸਾਰਿਆਂ ਨੂੰ ਇੱਕ ਮੰਚ ਦੇ ਉੱਤੇ ਲਿਆ ਕੇ ਇੱਕ ਨਵੀਂ ਖੇਤਰੀ ਪਾਰਟੀ ਇਸ ਲਈ ਮੈਂ ਕਹਿ ਰਿਹਾ ਕਿ ਖੇਤਰੀ ਪਾਰਟੀ ਵਰਨਾ ਸਾਡੇ ਕੋਲ ਅਕਾਲੀ ਦਲ ਬਹੁਤ ਅੱਛੀ ਸੀਗੀ, ਲੇਕਿਨ ਬਾਦਲ ਦਲ ਨੇ ਜਿੱਦਣ ਦਾ ਉਹਦੇ ਤੇ ਕਬਜ਼ਾ ਕੀਤਾ ਉਹਨੂੰ ਟੱਬਰ ਦੀ ਪਾਰਟੀ ਬਣਾ ਕੇ ਕਾਰਪੋਰੇਟ ਅਕਾਲੀ ਦਲ, ਜਿਹੜੇ ਉਹਦੇ ਅਸੂਲ ਸੀ ਘੱਟ ਗਿਣਤੀਆਂ ਦੀ ਰਾਖੀ, ਵੱਧ ਅਧਿਕਾਰਾਂ ਦਾ ਆਵਾਜ਼, ਅਨੰਦਪੁਰ ਸਾਹਿਬ ਦਾ ਮਤਾ, ਜਦੋਂ ਉੱਥੋਂ ਭਗੌੜੇ ਹੋਏ ਨੇ ਤਾਂ ਕਰਕੇ ਅੱਜ ਉਹ ਸਪੇਸ ਨੂੰ ਭਰਨ ਵਾਸਤੇ ਇੱਕ ਰੀਜਨਲ ਸੈਂਟਰਿਕ ਫੋਰਸ ਦੀ ਬਹੁਤ ਲੋੜ ਹੈ। ਕਿਸਾਨ ਜਥੇਬੰਦੀਆਂ ਵੱਲੋਂ ਕੈਪਟਨ ਸਰਕਾਰ ਨੂੰ ਇੱਕ ਹਫ਼ਤੇ ਦਾ ਅਲਟੀਮੇਟਮ ਦਿੱਤਾ ਵੀ ਇਹ ਵਿਸ਼ੇਸ਼ ਅਧਿਕਾਰ ਬਿਲਕੁਲ ਦੁਰਸਤ ਅਲਟੀਮੇਟਮ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਨੇ ਇਹਨਾਂ ਨੂੰ ਆਪ ਬੁਲਾ ਕੇ ਇਹਨਾਂ ਦੀ ਰਾਏ ਲਈ ਤੇ ਕਿਸਾਨਾਂ ਨੇ ਕਿਹਾ ਜੀ ਕਿ ਤੁਸੀਂ ਵਿਧਾਨ ਸਭਾ ਦਾ ਸੈਸ਼ਨ ਬੁਲਾਓ। ਔਰ ਕੈਪਟਨ ਅਮਰਿੰਦਰ ਸਿੰਘ ਨੇ ਪਬਲਿਕਲੀ ਉਸ ਦਿਨ ਉਹਨਾਂ ਨੂੰ ਇਹ ਯਕੀਨ ਦਿਵਾਇਆ ਕਿ ਮੈਂ ਵਿਧਾਨ ਸਭਾ ਦਾ ਸੈਸ਼ਨ ਛੇਤੀ ਬੁਲਾਊਂਗਾ। ਪਰ ਹੁਣ ਉਸ ਗੱਲ ਨੂੰ ਤਕਰੀਬਨ 10-12 ਦਿਨ ਹੋ ਗਏ ਨੇ। ਉਹਨਾਂ ਦੇ ਐਲਾਨ ਦੀ, ਉਹਨਾਂ ਦੇ ਅਲਟੀਮੇਟਮ ਦੀ ਮੈਂ ਸਪੋਰਟ ਕਰਦਾ। ਬਤੌਰ MLA ਮੈਂ ਅਮਰਿੰਦਰ ਸਿੰਘ ਕੋ ਮੰਗ ਕਰਦਾ ਬਿਨਾਂ ਦੇਰੀ ਅਮਰਿੰਦਰ ਸਿੰਘ ਜਿਹੜਾ ਪੰਜਾਬ ਦੇ ਵਿਧਾਨ ਸਭਾ ਦਾ ਸਪੈਸ਼ਲ ਕੱਲਾ ਸੈਸ਼ਨ ਇਹਨਾਂ ਕਾਲੇ ਕਾਨੂੰਨਾਂ ਨੂੰ ਰੱਦ ਕਰਨ ਵਾਸਤੇ, ਇਹਨਾਂ ਨੂੰ ਟੋਕਰੀ ਸੁੱਟਣ ਵਾਸਤੇ, ਇਹਨਾਂ ਨੂੰ ਰੈਸੈਂਡ ਕਰਨ ਲਈ, ਇਹਨਾਂ ਨੂੰ ਰਿਜੈਕਟ ਕਰਨ ਲਈ ਇੱਕ ਵਿਸ਼ੇਸ਼ ਸੈਸ਼ਨ ਬੁਲਾ ਕੇ ਔਰ ਇਸ ਮਤਾ ਜਿਹੜਾ ਹੈਗਾ ਕਿਸਾਨਾਂ ਦੇ ਹੱਕ ਵਿੱਚ ਪਾਉਣ ਤੇ ਦਿੱਲੀ ਦੀ ਸਰਕਾਰ ਦੇ ਖਿਲਾਫ ਪਾਉਣ। ਅਗਰ ਉਹ ਦੇਰੀ ਕਰਦੇ ਨੇ ਤਾਂ ਇਹਦਾ ਮਤਲਬ ਹੈ ਕਿ ਉਹ ਵੀ ਮੁੱਦੀ ਤੋਂ ਡਰਦੇ ਨੇ। ਤੁਸੀਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਜਿਹੜੇ ਨੇ ਉਹ ਪੰਜਾਬ ਦੇ ਹੱਕ ਦੇ ਵਿੱਚ ਇਹਨਾਂ ਦੋਨਾਂ ਰਵਾਇਤੀ ਪਾਰਟੀਆਂ ਨੂੰ ਛੱਡ ਕੇ ਆਉਣਗੇ, ਪਰ ਉਹ ਫਿਰ ਰਾਹੁਲ ਗਾਂਧੀ ਦੇ ਨਾਲ ਸਟੇਜ ਤੇ ਚੜ੍ਹ ਗਏ ਨੇ। ਦੇਖੋ ਹਲੇ ਅਸੀਂ ਹੋਰ ਇੰਤਜ਼ਾਰ ਕਰਾਂਗੇ, ਕਿਉਂਕਿ ਉਹ ਫਰਜ਼ ਕਰੋ ਅਗਰ ਰਾਹੁਲ ਦੀ ਸਟੇਜ ਤੇ ਗਏ ਵੀ ਨੇ, ਉਹਨਾਂ ਨੇ ਇੱਕ ਵਾਰ ਫਿਰ ਗੱਲ ਪੰਜਾਬ ਦੀ ਕੀਤੀ, ਦਿੱਲੀ ਦੇ ਤਖਤ ਦੇ ਖਿਲਾਫ ਆਵਾਜ਼ ਉਠਾਈ ਹੈ। ਔਰ ਮੈਨੂੰ ਐਂ ਜਾਪਦਾ ਵਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹ ਪੰਜਾਬ ਪੱਖੀ ਲੋਕਾਂ ਦੇ ਨਾਲ ਖੜੇ ਹੋਣਗੇ। ਇਹ ਤਾਂ ਸਾਰੀਆਂ ਰਵਾਇਤੀ ਪਾਰਟੀਆਂ ਆਲਰੇਡੀ ਲੋਕਾਂ ਨੇ ਪਰਖਲੀਆਂ ਦੇਖ ਚੁੱਕੇ ਨੇ। ਸਾਨੂੰ ਉਮੀਦ ਹੈ ਬਹੁਤ ਕਿ ਉਹ ਠੀਕ ਬੀਬੀ ਕਿ ਮੋਦੀ ਸਰਕਾਰ ਨੇ 3 ਕਾਨੂੰਨ ਪਾਸ ਕਰਤੇ ਹੈ। ਹਾਂਜੀ, ਰਾਸ਼ਟਰਪਤੀ ਵੱਲੋਂ ਵੀ ਮੋਹਰ ਲੱਗੀ, ਕੀ ਕਹਿਣਾ ਚਾਹੁੰਦੇ? ਵੇਖੋ ਜੀ, ਜਦੋਂ ਉਹ ਹੈਗੇ ਪੋਜੀਸ਼ਨ 'ਚ ਹੈਗੇ ਆ ਬਿੱਲ ਪਾਸ ਕਰਨ ਦੇ, ਇੱਕ ਬਿੱਲ ਨਹੀਂ ਪਾਸ ਹੋਇਆ, 1 ਸਾਲ ਦੇ ਵਿੱਚ ਬਹੁਤ ਸਾਰੇ ਇਹੋ ਜਿਹੇ ਬਿੱਲ ਪਾਸ ਹੋਏ ਆ ਜਿਨ੍ਹਾਂ ਦਾ ਜ਼ਬਰਦਸਤ ਵਿਰੋਧ ਹੋਇਆ। ਕਸ਼ਮੀਰ ਤੋਂ ਲੈ ਕੇ 3 ਤਲਾਕ, ਜੋ ਵੀ ਜਿੰਨੇ ਵੀ ਬਿੱਲ ਹੈ ਉਹ ਸਾਰੇ ਪਾਸ ਹੋਏ ਆ। ਮਸਲਾ ਹੁਣ ਇਹ ਹੈ ਕਿ ਜਿਹੜੇ ਲੋਕ ਮੈਜੋਰਟੀ ਦੇ ਵਿੱਚ ਹੈ ਉਹ ਬਿੱਲ ਪਾਸ ਤਾਂ ਕਰ ਸਕਦੇ ਆ ਤੇ ਉਹਨਾਂ ਨੇ ਰਾਸ਼ਟਰਪਤੀ ਤੋਂ ਵੀ ਮੋਹਰ ਲਵਾ ਲਈ। ਮਸਲਾ ਹੁਣ ਇਹ ਹੈ ਕਿ ਉਹਨਾਂ ਨੂੰ ਲਾਗੂ ਕਿਵੇਂ ਕਰਾਉਣਾ ਹੈ। ਜੇ ਤਾਂ ਸਾਡੇ ਵਿੱਚ ਦਮ ਹੋਇਆ, ਪੰਜਾਬ ਦੇ ਵਿੱਚ ਕਿਸਾਨੀ ਦੇ ਵਿੱਚ, ਮਜ਼ਦੂਰਾਂ ਦੇ ਵਿੱਚ, ਜਾਂ ਸਾਡੀ ਜ਼ਮੀਰ ਦੇ ਵਿੱਚ ਕੋਈ ਦਮ ਹੋਇਆ, ਤਾਂ ਫੇਰ ਤਾਂ ਇਹ ਅਸੀਂ ਜਿਹੜੇ ਕਾਨੂੰਨ ਜਿਹੜੇ ਉਹ ਬਣਾ ਰਿਹਾ ਬੇਮੁਹਾਰੇ, ਜਿਨ੍ਹਾਂ ਦਾ ਕੋਈ ਅਰਥ ਨਹੀਂ, ਜਦੋਂ ਅਸੀਂ ਕਹਿ ਰਹੇ ਹਾਂ ਕਿ ਸਾਡੇ ਹੱਕ ਵਿੱਚ ਨਹੀਂ ਤੇ ਫਿਰ ਉਹਦੇ ਕਹਿਣ ਨਾਲ ਇਹ ਗੱਲ ਨਹੀਂ ਬਣਨੀ। ਤੇ ਫਿਰ ਸਾਨੂੰ ਜਿਵੇਂ ਅੱਜ ਸੰਘਰਸ਼ ਬੜੀ ਜ਼ੋਰਾਂ ਤੇ ਚੱਲ ਰਿਹਾ ਪੰਜਾਬ ਦੇ ਵਿੱਚ, ਤੇ ਇਹਦਾ ਕੋਈ ਨਾ ਕੋਈ ਸਿੱਟਾ ਜ਼ਰੂਰ ਨਿਕਲੂਗਾ। ਅਕਾਲੀ ਦਲ ਵੱਲੋਂ ਰੈਲੀਆਂ ਕੀਤੀਆਂ ਗਈਆਂ, ਟਰੈਕਟਰ ਰੈਲੀ ਕੀਤੀ ਗਈ, ਰਾਹੁਲ ਗਾਂਧੀ ਦਿੱਲੀੋਂ ਆ ਕੇ ਪੰਜਾਬ 'ਚ ਰੈਲੀ ਕਰਦੇ ਪਏ। ਨਹੀਂ ਜੀ, ਇਹ ਤਾਂ ਬਹੁਤ ਹੀ ਹਾਸੋਹੀਣੀ ਗੱਲ ਬਣ ਗਈ ਹੈ ਅਕਾਲੀ ਦਲ ਦੀ ਰੈਲੀ ਕਰਨਾ, ਕਿਉਂਕਿ ਕਈ ਲੋਕ ਕਹਿੰਦੇ ਆ ਹਰਸਿਮਰਤ ਕੌਰ ਨੇ ਅਸਤੀਫਾ ਦਿੱਤਾ। ਹਰਸਿਮਰਤ ਕੌਰ ਨੇ ਅਸਤੀਫਾ ਦਿੱਤਾ ਨਹੀਂ, ਉਹਦੇ ਕੋਲੋਂ ਅਸਤੀਫਾ ਲਿਆ ਗਿਆ ਹੈ ਤੇ ਹੁਣ ਉਹਨਾਂ ਦੇ ਕੋਲੇ ਕੋਈ ਹੋਰ ਚਾਰਾ ਹੀ ਨਹੀਂ ਹੈ। ਤੇ ਤੁਸੀਂ ਇਹ ਵੇਖ ਲਓ ਵੀ ਉਹਨਾਂ ਨੂੰ ਕੌਣ ਪੰਜਾਬ ਦੇ ਵਿੱਚ ਐਕਸੈਪਟ ਕਰ ਰਿਹਾ, ਕੌਣ ਉਹਨਾਂ ਦੀ ਗੱਲ ਸੁਣ ਰਿਹਾ। ਸਾਰੇ ਉਹਨਾਂ ਦਾ ਮਖੌਲ ਜਿਹੜਾ ਉਡਾ ਰਹੇ ਆ। ਹਜੇ ਤਾਂ ਉਹਨਾਂ ਕੋਲੋਂ ਬੇਅਦਬੀਆਂ ਵਾਲਾ ਮਸਲਾ ਹੀ ਜਿਹੜਾ ਉਹਦਾ ਜਵਾਬ ਦੇਣ ਦੇ ਉਹ ਕਾਬਲ ਨਹੀਂ ਹੋਏ। ਤੇ ਜੇ ਇਹ ਆਪਾਂ ਸਮਝੀਏ ਕਿ ਬਾਦਲ ਦਲ ਇਸ ਤਰ੍ਹਾਂ ਕੋਈ ਮਾਰਚ ਕੱਢ ਕੇ, ਤੇ ਪੁੱਠੀ ਗੱਲ ਉਹਨਾਂ ਨੇ ਇਹ ਕੀਤੀ ਆ ਵੀ ਆਮ ਕਰਕੇ ਇਹੀ ਹੁੰਦਾ ਕਿ ਜਦੋਂ ਤਖਤ ਜਿਹੜੇ ਸਾਡੇ 3 ਤਖਤ ਹੈ, ਮਾਰਚ ਤਖਤਾਂ ਵੱਲ ਲਿਆਏ ਜਾਂਦੇ ਆ, ਨਾ ਕਿ ਮਾਰਚ ਹੈ ਜਿਹੜੇ ਉਹ ਤਖਤ ਤੋਂ ਲਿਜਾਏ ਜਾਂਦੇ ਆ। ਤੇ ਉਹਨਾਂ ਨੂੰ ਪਤਾ ਨਹੀਂ ਉਹਨਾਂ ਦੀ ਬੇਸਮਝੀ ਕੀ ਹੈ ਇਹ ਵੀ ਉਹਨਾਂ ਨੇ ਗਵਰਨਰ ਵੱਲ ਨੂੰ ਉਹ ਤਖਤਾਂ ਤੋਂ ਲੈ ਕੇ ਜਾਂਦੇ ਆ, ਜਦੋਂ ਕਿ ਉਹਨਾਂ ਨੂੰ ਚਾਹੀਦਾ ਸੀ ਵੀ ਤਖਤਾਂ ਤੋਂ ਤੇ ਮੋਰਚੇ ਲੱਗੇ ਆ ਹਮੇਸ਼ਾ। ਤੇ ਇਹ ਉਹਨਾਂ ਦੀ ਇੱਕ ਘਿਨਾਉਣੀ ਚਾਲ ਹੈ ਮੇਰੇ ਸਮਝ ਨਾਲ, ਕਿ ਉਹ ਪੋਲੀਟੀਕਲ ਹਜੇ ਵੀ ਸਮਝਦੇ ਆ ਕਿ ਬਾਦਲ ਦਲ ਜਿਹੜਾ ਹੈ ਉਹ ਅਗਲੀ 2022 ਦੀਆਂ ਇਲੈਕਸ਼ਨਾਂ ਜਿਹੜੀਆਂ ਉਹਦੇ ਵਿੱਚ ਕਿਸੇ ਤਰ੍ਹਾਂ ਥੋੜ੍ਹਾ ਬਹੁਤਾ
ਅੱਗੇ ਉੱਤੇ ਹੋ ਜਾਊਗਾ। ਤੇ ਜਿੱਥੋਂ ਤੱਕ ਕਾਂਗਰਸ ਦਾ ਸੰਬੰਧ ਹੈ ਤੇ ਹੁਣ ਕਾਂਗਰਸ ਦੀ ਜਿਹੜੀ ਜਿੰਨਾ ਕੁਝ ਉਹਨਾਂ ਨੇ 3.5 ਸਾਲਾਂ ਦੇ ਵਿੱਚ ਲੋਕਾਂ ਨੂੰ ਦਿਖਾਇਆ ਤੇ ਉਹਦਾ ਰਿਜ਼ਲਟ ਉਹਨਾਂ ਨੂੰ ਭੁਗਤਣਾ ਪੈਣਾ। ਇਹ ਤਾਂ ਉਹਨਾਂ ਦੀ ਮਜਬੂਰੀ ਆ ਕਿ ਉਹ ਜਿਹੜੇ ਟਰੈਕਟਰਾਂ ਤੇ ਚੜ੍ਹ ਕੇ ਰਾਹੁਲ ਗਾਂਧੀ ਵਾਸਤੇ ਜਿਹੜੇ ਉਹ ਗੱਦਿਆਂ ਵਾਲੇ ਟਰੈਕਟਰ ਪੇਸ਼ ਕੀਤੇ ਗਏ ਆ, ਉਹ ਤੇ ਸਾਡੇ ਨਾਲ ਇੱਕ ਮਖੌਲ ਹੈ। ਜੇ ਉਹਨਾਂ ਨੇ ਧਰਨੇ ਹੀ ਦੇਣੇ ਆ ਤੇ ਫਿਰ ਉਹ ਆ ਕੇ ਕਿਸਾਨਾਂ ਦੇ ਨਾਲ ਬਹਿਣ ਤੇ ਆਪਣੀ ਜਿਹੜੀ ਇਹ ਪੋਲੀਟੀਕਲ ਜਿਹੜੀਆਂ ਗੱਲਾਂ ਉਹਨਾਂ ਨੂੰ ਛੱਡਣ। ਸਰਦਾਰਾ ਸਿੰਘ ਜੌਲ ਜਿਹੜੇ ਉੱਗੇ ਆਪਣੇ ਅਫਸਰ ਸ਼ਾਸਤਰੀ ਨੇ, ਉਹ ਕਹਿ ਰਹੇ ਨੇ ਕਿ ਕੈਪਟਨ ਅਮਰਿੰਦਰ ਸਿੰਘ ਉਹਨਾਂ 2006 ਦੇ ਵਿੱਚ ਹੀ ਧਾਰਾ ਆਰਡੀਨੈਂਸ ਦਾ ਪੱਧਰਾ ਕਰਤਾ ਸੀ। ਹਾਂਜੀ, ਇਹ ਸਾਰਾ ਕੁਝ ਜੇ ਘੋਖਿਆਂ ਵਿਚਾਰਿਆਂ ਜਾਵੇ ਤਾਂ ਇਹਦੇ ਵਿੱਚ ਇਹ ਕਹਿ ਰਹੇ ਆ ਵੀ ਬਾਦਲ ਨੇ ਵੀ ਜਿਹੜੀ ਇਹ ਆਪਣੇ ਰਾਜ ਦੇ ਵਿੱਚ ਇਸ ਗੱਲ ਦੀ ਹਾਮੀ ਭਰੀ ਸੀਗੀ ਕਿ ਮੰਡੀਕਰਨ ਜਿਹੜਾ ਇਹਨੂੰ ਕਿਸ ਤਰ੍ਹਾਂ ਜਿਹੜਾ ਕੰਟਰੋਲ ਕਰਨਾ ਹੈ। ਤੇ ਇਹ ਸਾਰਾ ਕੁਝ ਵਿਦਵਾਨਾਂ ਦੇ ਸਮਝਣ ਵਾਲੀ ਗੱਲ ਹੈ। ਸਰਦਾਰਾ ਸਿੰਘ ਜੌਲ ਵੀ ਇੱਕ ਇਕਨੋਮਿਸਟ ਹੈ ਬਹੁਤ ਤਕੜਾ, ਔਰ ਉਹ ਆਪਣੀ ਪਾਲਿਸੀ ਦੱਸ ਰਿਹਾ ਵੀ ਇਸ ਤਰ੍ਹਾਂ ਹੋਇਆ ਤੇ ਉਹਦੇ ਇਹ ਵੀ ਕਹਿ ਰਿਹਾ ਵੀ ਜਿਹੜਾ ਇਹ ਕਿਸਾਨਾਂ ਦੇ ਹੱਕ ਵਿੱਚ ਹੈ ਜਿਹੜੇ ਇਹ ਕਾਨੂੰਨ ਹੈ। ਤੇ ਪਰ ਜਦੋਂ ਕਿਸਾਨ ਕਹੀ ਜਾਂਦੇ ਸਾਡੇ ਹੱਕ ਵਿੱਚ ਨਹੀਂ, ਤਾਂ ਫਿਰ ਮੈਨੂੰ ਲੱਗਦਾ ਹੈ ਵੀ ਇਹ ਲੋਕਾਂ ਨੂੰ ਪੋਲੀਟੀਕਲ ਲੋਕਾਂ ਨੂੰ ਸਮਝਣਾ ਚਾਹੀਦਾ ਹੈ ਕਿ ਜੋ ਲੋਕਾਂ ਦੀ ਆਵਾਜ਼ ਹੈ ਅਸਲ ਵਿੱਚ ਉਹੋ ਹੀ ਸਹੀ ਹੁੰਦੀ ਹੈ। ਹਾਂਜੀ, ਸੋ ਇਹ ਸਨ ਅੱਜ ਦੀਆਂ ਕੁਝ ਖਾਸ ਖਬਰਾਂ। ਹੋਰ ਖਬਰਾਂ ਦੇਖਣ ਦੇ ਲਈ ਜੁੜੇ ਰਹੋ ਕੈਨੇਡੀਅਨ ਮੀਡੀਆ ਦਾ TV NRI ਦੇ ਨਾਲ।